होए। वाहिगुरु जी की फतेह। बिघन बिनाशन सोए। मुक्ता पंकत सरस्वती। गुर जस गुण पुरवाए। पहरे उर्द वैस लोक में। शोभा हवै अदकाए। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छो प्राप्त इतिहासिक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी। सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है कारू बादशाह दा। इस धरती ते एक ऐसा भी राजा होया है जिस राजे ने जदों ये पता लग्या कि दफनाए हुए जिहड़े मुर्दे ने उन्हां दे मूँह विच 1 रुपया घर वाले रखते ने, तो उसने कबरां पटवा के कबरां दे विचों मुर्दे बाहर कढ़ के उन्हां दे मूँह दे रुपये जिहड़े सी वो भी खोले सन। सो कथा की आरंभता है मुक्ता पंकत सरस्वती गुरु जस गुण पुरवाए। गुरु का जस रूप
ਧਾਗਾ ਹੋਵੇ ਤੇ ਬਾਣੀ ਰੂਪ ਮੋਤੀ ਦੀਆਂ ਲੜੀਆਂ ਹੋਣ। ਪਹਿਰੇ ਉਰ ਦਵੈ ਲੋਕ ਮੈਂ, ਸ਼ੋਭਾ ਹਵੈ ਅਦਕਾਏ। ਕੋਈ ਹੈ ਐਸਾ ਸਿੱਖ ਭਾਈ ਜਿਨੇ ਇਹੋ ਜਿਹੀ ਮਾਲਾ ਆਪਣੇ ਗਲੇ ਵਿੱਚ ਪਾਈ ਹੋਵੇ ਤਾਂ ਉਸ ਨੂੰ ਨਿਰਸੰਦੇਹ ਦੋ ਲੋਕਾਂ ਦਾ ਸੁਖ ਮਿਲੇਗਾ, ਸ਼ੋਭਾ ਮਿਲੇਗੀ। ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚ ਪੜ੍ਹਦੇ ਹਾਂ, ਇਹ ਲੋਕ ਸੁਖੀਏ ਪਰਲੋਕ ਸੁਖੀਲੇ। ਲੋਕ ਵੀ ਤੇ ਪਰਲੋਕ ਵੀ, ਦੋਵਾਂ ਹੀ ਲੋਕਾਂ ਦੇ ਵਿੱਚ ਉਸ ਵਿਅਕਤੀ ਨੂੰ ਸੁਖ ਸ਼ੋਭਾ ਪ੍ਰਾਪਤ ਹੋਵੇਗੀ ਜਿਹੜਾ ਗੁਰੂ ਦੀ ਬਾਣੀ ਦੀ ਵਡਿਆਈ। ਜਦੋਂ ਸਾਵਣ ਦਾ ਮਹੀਨਾ ਆਇਆ ਸੀ ਤਾਂ ਅਸੀਂ ਇਹ ਪੰਕਤੀਆਂ ਪੜ੍ਹੀਆਂ ਸਨ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਹੈ ਕੋਈ ਐਸਾ ਭਾਈ ਮਨੁੱਖ ਕਿ ਜਿਸ ਨੇ ਰਾਮ ਨਾਮ ਉਰਹਾਰ, ਜਿਨੇ ਆਪਣੇ ਹਿਰਦੇ ਦੇ ਵਿੱਚ ਰਾਮ ਦੇ ਨਾਮ ਦੇ ਹਾਰ ਪਰੋ ਕੇ, ਮਾਲਾ ਪਰੋ ਕੇ ਪਾਈਆਂ ਹੋਣ। ਤਾਂ ਕਵੀ ਜੀ ਨੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਾਣੀ ਦੀ ਉਸਤਤ ਕੀਤੀ ਹੈ, ਵਡਿਆਈ ਕੀਤੀ ਹੈ। ਹਾਂਜੀ। ਸੁਣੀਐ ਸ਼੍ਰੀ ਅੰਗਦ ਸੁਖ ਕਾਰਨ, ਗਮਨੇ ਆਗੇ ਨਰਕ ਨਿਵਾਰਨ। ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਅਗਲੀ ਕਥਾ ਸੁਣੋ। ਇਹ ਗੱਲ ਜ਼ਰੂਰ ਚੇਤੇ ਵਿੱਚ ਰੱਖੋ ਕਿ ਜਿਹੜੀ ਕਥਾ ਅਸੀਂ ਇੱਥੇ ਬਹਿ ਕੇ ਸੁਣ ਰਹੇ ਹਾਂ, ਜਿਹੜੀ ਕਥਾ ਆਪ ਜੀ ਦਰਬਾਰ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸੁਣ ਰਹੇ ਹੋ, ਇੱਕ ਵਕਤ ਐਸਾ ਆਇਆ ਸੀ ਕਿ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਕੋਈ ਐਸਾ ਸਿੱਖ ਹੋਵੇ ਜਿਹੜਾ ਮੈਨੂੰ ਮੇਰੇ ਗੁਰੂ ਨਾਨਕ ਦੀ ਕਥਾ ਸੁਣਾਵੇ, ਜਿਹੜਾ ਮੈਨੂੰ ਮੇਰੇ ਗੁਰੂ ਨਾਨਕ ਸਾਹਿਬ ਦਾ ਜੀਵਨ ਵਰਤਾਂਤ ਸੁਣਾਵੇ। ਤਾਂ ਇਹ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਹਾਲਾਂਕਿ ਵੀ ਮੰਨਿਆ ਜਾਂਦਾ ਕਿ ਉਹਦੇ ਵਿੱਚ ਬਹੁਤ ਕੁਝ ਬਾਅਦ ਵਿੱਚ ਵਿਗਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲੈ ਦੇ ਕੇ ਜਿਹੜੇ ਸਾਡੇ ਕੋਲੇ ਇਤਿਹਾਸ ਦੇ ਸੋਮੇ ਨੇ, ਉਹਨਾਂ ਦੇ ਵਿੱਚ ਉਹ ਵੀ ਇੱਕ ਬਹੁਤ ਵੱਡਾ ਇੱਕ ਪਿਲਰ ਹੈ, ਇੱਕ ਬਹੁਤ ਵੱਡਾ ਡਾਕੂਮੈਂਟ ਹੈ। ਹੋਰ ਸਾਡੇ ਕੋਲੇ ਬਹੁਤਾ ਕੁਝ ਹੈ ਨਹੀਂ। ਇਹਨਾਂ ਹੀ ਲਿਖਤਾਂ ਨੂੰ, ਗ੍ਰੰਥਾਂ ਨੂੰ, ਪੋਥੀਆਂ ਨੂੰ ਆਧਾਰ ਬਣਾ ਕੇ ਅੱਗੇ ਇਤਿਹਾਸ ਦੀ ਖੋਜ ਹੋਈ ਹੈ, ਅੱਗੇ ਕਿਤਾਬਾਂ ਲਿਖੀਆਂ ਗਈਆਂ ਨੇ। ਭਾਵੇਂ ਉਹ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੋਵੇ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੋਵੇ, ਜਾਂ ਫਿਰ ਉਸ ਤੋਂ ਬਾਅਦ ਪੰਥ ਪ੍ਰਕਾਸ਼, ਗੁਰਬਿਲਾਸ, ਇਹ ਬਾਕੀ ਗ੍ਰੰਥ ਹੋਣ। ਤੋ ਹੇ ਗੁਰੂ ਅੰਗਦ ਸਾਹਿਬ, ਅਗਲੀ ਕਥਾ ਸੁਣੋ। ਪਿਛਲੀ ਕਥਾ ਕੀ ਸੀ ਕਿ ਸਤਿਗੁਰੂ ਇੱਕ ਐਸੇ ਨਗਰ ਵਿੱਚ ਵੀ ਗਏ ਸਨ
ਜਿਹੜਾ ਬੰਚਕਾਂ ਦਾ ਨਗਰ ਸੀ, ਠੱਗਾਂ ਦਾ ਨਗਰ ਸੀ, ਔਰ ਠੱਗੀ ਵੀ ਉਹਨਾਂ ਦੀ ਅਜੀਬ ਸੀ। ਕੇਵਲ ਬੰਦਾ ਠੱਗਦੇ ਨਹੀਂ ਸੀ, ਬੰਦਾ ਮਾਰ ਦਿੰਦੇ ਸੀ, ਉਹ ਮੁੱਦਾ ਹੀ ਖਤਮ ਕਰ ਦਿੰਦੇ ਸੀ। ਸਤਿਗੁਰੂ ਜੀ ਨੇ ਉਹਨਾਂ ਨੂੰ ਸਹੀ ਰਸਤੇ ਤੇ ਪਾਇਆ। ਹੁਣ ਉਸ ਤੋਂ ਅਗਲੀ ਕਥਾ ਹੈ। ਹਾਂਜੀ। ਰੂਮ ਵਲਾਇਤ ਜਹਾਂ ਮਹਾਨਾ, ਪਾਤਸ਼ਾਹ ਕਾਰੂ ਤੇ ਥਾਨਾ। ਜਿਸ ਨੂੰ ਰੂਮ ਵਲਾਇਤ ਕਹਿੰਦੇ ਨੇ, ਜਿੱਥੋਂ ਦਾ ਕਾਰੂ ਬਾਦਸ਼ਾਹ ਰਾਜਾ ਹੋਇਆ ਹੈ। ਹਾਂਜੀ। ਤਹਾਂ ਜਾਏ ਦੇਖਿਓ ਪੁਰ ਭਾਰੀ, ਮਹਾਰੰਕ ਬਸ ਹੈ ਨਰ ਨਾਰੀ। ਸਤਿਗੁਰੂ ਉੱਥੇ ਪਹੁੰਚੇ ਨੇ ਤੇ ਉੱਥੇ ਬਹੁਤ ਵੱਡਾ ਇੱਕ ਨਗਰ ਵੇਖਿਆ। ਆਬਾਦੀ ਬਹੁਤ ਹੈ, ਸ਼ਹਿਰ ਬਹੁਤ ਵੱਡਾ ਹੈ, ਪਰ ਭੁੱਖਮਰੀ ਬਹੁਤ ਹੈ। ਉੱਥੇ ਜਿਹੜੇ ਲੋਕ ਰਹਿੰਦੇ ਨੇ ਉਹ ਰੰਕ ਨੇ, ਗਰੀਬ ਨੇ, ਦਰਿਦਰੀ ਬਹੁਤ ਹੈ। ਹਾਂਜੀ। ਕਿਰਤ ਕਰਤ ਸਭ ਦਿਵਸ ਬਤਾਵਤ, ਦਰਬ ਨ ਪਾਸ ਸਦਾ ਦੁਖ ਪਾਵਤ। ਉਹ ਲੋਕ ਸਾਰਾ ਸਾਰਾ ਦਿਨ ਮਿਹਨਤ ਕਰਦੇ ਨੇ ਪਰ ਪੈਸਾ ਹੱਥ ਨਹੀਂ ਆਉਂਦਾ। ਉਸ ਮਿਹਨਤ ਦੇ ਬਦਲੇ ਉਹਨਾਂ ਨੂੰ ਥੋੜਾ ਬਹੁਤਾ ਸੌਦਾ ਸਮਾਨ ਮਿਲ ਜਾਂਦਾ ਹੈ, ਪੈਸੇ ਨਹੀਂ ਮਿਲਦੇ। ਆ ਜਿਹੜੀ ਪੈਸੇ ਦੀ ਬਹੁਤਾਤ ਹੈ, ਇਹ ਉਦੋਂ ਹੀ ਹੋਈ ਹੈ ਜਦੋਂ $1 ਜਿਹੜਾ ਹੈ ਉਹ 74-75 ਰੁਪਏ ਦਾ ਹੋ ਗਿਆ ਹੈ। 1 ਪਾਉਂਡ 100 ਨੂੰ ਪਾਰ ਕਰ ਗਿਆ ਹੈ। ਇਹ ਉਦੋਂ ਹੀ ਰੁਪਈਆਂ ਦੀ ਕੀਮਤ ਵਧੀ ਹੈ। ਨਹੀਂ ਤੇ ਇੱਕ ਵੇਲਾ ਐਸਾ ਵੀ ਸੀ, ਇੰਡੀਆ ਦੇ ਰੁਪਈਏ ਦੀ ਕੀਮਤ ਕੈਨੇਡਾ ਅਮਰੀਕਾ ਨਾਲੋਂ ਜ਼ਿਆਦਾ ਸੀ। ਮੈਂ ਐਸੇ ਬੰਦੇ ਵੀ ਸੁਣੇ ਨੇ ਜਿਹੜੇ ਕਹਿੰਦੇ ਕਿ ਇੰਡੀਆ ਦੇ ਵਿੱਚ 3-4 ਰੁਪਈਏ ਮਿਲਦੇ ਸੀ ਡਾਲਰ ਦੇ, ਪਾਉਂਡ ਦੇ। ਜੇ ਬਾਹਰ ਲੋਕ ਜਾਂਦੇ ਵੀ ਸੀ ਖੱਟਣ ਕਮਾਉਣ, ਤੇ ਉਹ ਖੱਟੀ ਕਮਾਈ ਉਹਨਾਂ ਦੀ ਮਸਾਂ ਡਬਲ ਟ੍ਰਿਪਲ ਹੁੰਦੀ ਸੀ। ਇਹ ਨਹੀਂ ਸੀ ਕਿ $1 ਦੇ 74-75 ਰੁਪਈਏ ਮਿਲ ਜਾਣਗੇ। $1 ਦੇ 2-3-4 ਰੁਪਈਏ ਬੜੀ ਮੁਸ਼ਕਲ ਨਾਲ ਮਿਲਦੇ ਸੀ। ਬੜੇ ਬੜੇ ਢਾਡੀ ਰਾਗੀ ਗੁਰੂ ਕੇ ਕੀਰਤਨੀਏ ਵੀ ਮਿਲੇ, ਜਿਹੜੇ ਕਹਿੰਦੇ ਗਿਆਨੀ ਜੀ 11-12 ਰੁਪਈਏ ਮਿਲਦੇ ਹੁੰਦੇ ਸੀ। ਤੇ ਬਹੁਤ ਮੁਸ਼ਕਲ ਗੱਲ ਹੁੰਦੀ ਸੀ ਟੈਲੀਫੋਨ ਤੇ, ਬੜੀ ਮੁਸ਼ਕਲ। ਉਹ ਵੀ ਕਿਤੇ ਮਹੀਨੇ 'ਚ 2 ਮਹੀਨਿਆਂ 'ਚ ਇੱਕ ਅੱਧੀ ਵਾਰੀ। ਅੱਜ ਵਰਗਾ ਸਮਾਂ ਨਹੀਂ ਸੀ। ਜੇ ਆਪਾਂ ਕਹੀਏ ਨਾ ਵੀ ਅੱਜ ਪੈਸਾ ਵੱਧ ਗਿਆ, ਪੈਸਾ ਨਹੀਂ ਵੱਧ ਗਿਆ, ਪੈਸੇ ਦੀ ਕੀਮਤ ਖਤਮ ਹੋ ਗਈ। ਰੁਪਈਏ ਦੀ ਵੈਲਿਊ ਇੰਡੀਆ ਵਿੱਚ ਘਟੀ ਹੈ, ਵਧੀ ਨਹੀਂ ਹੈ। ਤੇ ਕਾਰੂ ਬਾਦਸ਼ਾਹ ਦੇ ਵੇਲੇ ਤਾਂ ਇਹ ਸੀ ਕਿ ਲੋਕ ਕੰਮ ਕਰਦੇ ਸੀ ਤੇ ਉਹਦੇ ਬਦਲੇ ਚੀਜ਼ਾਂ ਹੀ ਮਿਲਦੀਆਂ ਸੀ, ਪੈਸਾ ਹੁੰਦਾ ਹੀ ਨਹੀਂ ਸੀ ਪੂਰੇ ਮੁਲਕ ਵਿੱਚ। ਸੰਤ ਅਥਿਤ ਕੀ ਸੇਵ ਨ ਕਰਈ, ਭੂਪ ਪਰਜਾ ਏਕੈ ਅਨਹਰਈ। ਇੱਥੇ ਕਿਸੇ ਸੰਤ ਦੀ, ਕਿਸੇ ਅਥਿਤੀ ਦੀ, ਰਾਗੀਰ ਮੁਸਾਫਰ ਦੀ ਕੋਈ ਸੇਵਾ ਨਹੀਂ ਸੀ ਕਰਦਾ। ਇੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਅਨੁਕੂਲ ਪੂਰੀ ਜਿਹੜੀ ਪਰਜਾ ਸੀ ਉਹ ਏਕੇ ਅਨੁਹਰ ਹੀ, ਸਿਰਫ ਰਾਜੇ ਦਾ ਹੀ ਹੁਕਮ ਚੱਲਦਾ ਸੀ। ਸਾਰੀ ਪਰਜਾ ਉਸ ਰਾਜੇ ਦੇ ਹੁਕਮ ਵਿੱਚ ਚੱਲਦੀ ਸੀ। ਹਾਂਜੀ। ਸ਼੍ਰੀ ਪਰਮੇਸ਼ਰ ਨਾਮ ਨ ਲੇਈ, ਦੋਹੂ ਲੋਕ ਦੁਖ ਪਾਵੈ ਤੇਈ। ਕੋਈ ਵੀ ਮਨੁੱਖ ਰੱਬ ਦਾ ਨਾਂ ਨਹੀਂ ਸੀ ਲੈਂਦਾ, ਉਹ ਲੈਣ ਹੀ ਨਹੀਂ ਸੀ ਦਿੰਦਾ। ਉਹ ਕਹਿੰਦਾ ਸੀ ਮੈਂ ਹੀ ਮੈਂ ਆ, ਰੱਬ ਕਿਹੜਾ, ਕੌਣ ਰੱਬ ਹੈ। ਸ਼੍ਰੀ ਪਰਮੇਸ਼ਰ ਨਾਮ ਨਾ ਲਈ, ਦੋਹੂ ਲੋਕ ਦੁੱਖ ਪਾਵੇਂ ਤੇਈ। ਇਹੋ ਹੀ ਕਾਰਨ ਸੀ ਕਿ ਇੱਥੋਂ ਦੇ ਲੋਕ ਦੋਵਾਂ ਲੋਕਾਂ ਵਿੱਚ ਹੀ ਦੁੱਖ ਪਾਉਂਦੇ ਸੀ। ਰੱਬ ਨੂੰ ਸਿਮਰਦੇ ਨਹੀਂ ਸੀ। ਲੋਕ ਸੁਖੀ ਨਹੀਂ ਸੀ ਹੁੰਦਾ, ਪਰ ਲੋਕ ਸੁਹੇਲਾ ਨਹੀਂ ਸੀ ਬਣਦਾ। ਨਹੀਂ ਤੇ ਇੱਕ ਗੱਲ ਤੇ ਮੰਨੀ ਜਾਂਦੀ ਹੈ ਨਾ ਕਿ ਜਿਹੜੇ ਰੱਬ ਦਾ ਨਾਂ ਲੈਂਦੇ ਨੇ ਉਹਨਾਂ ਨੂੰ ਇੱਕ ਵਿਸ਼ਵਾਸ ਹੈ ਕਿ ਚਲੋ ਇੱਥੇ ਰੋਟੀ 2 ਵੇਲੇ ਦੀ ਨਾ ਮਿਲੇ, ਨਹੀਂ ਮਿਲਦੀ ਤਾਂ
ਮੈਂ ਤੇ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਵੀ ਜਿਹਦਾ ਇੱਥੇ ਰਿਸ਼ਤਾ ਵੀ ਨਹੀਂ ਹੁੰਦਾ, ਵਿਆਹ ਤਾਂ ਦੂਰ ਦੀ ਗੱਲ ਹੈ, ਉਹ ਵੀ ਸੋਚ ਕੇ ਬੈਠਾ ਵੀ ਜੰਨਤ ਵਿੱਚ ਹੂਰਾਂ ਮਿਲਣਗੀਆਂ। ਜਿਹਨੂੰ ਇੱਥੇ ਕਦੇ ਕੈਂਪਾ ਕੋਲਾ ਨਹੀਂ ਮਿਲਿਆ, ਉਹ ਵੀ ਸੋਚ ਕੇ ਬੈਠਾ, ਕਹਿੰਦਾ ਉੱਥੇ ਅੰਗੂਰਾਂ ਦੀ ਸ਼ਰਾਬ ਮਿਲੇਗੀ। ਜਿਹਨੂੰ ਇੱਥੇ ਗੰਦੇ ਨਾਲੇ ਦੇ ਉੱਤੇ ਵੀ ਝੌਂਪੜੀ ਜਿੰਨੀ ਥਾਂ ਨਹੀਂ ਮਿਲੀ, ਉਹ ਵੀ ਸੋਚ ਕੇ ਬੈਠਾ ਕਿ ਅੱਗੇ ਸਵਰਗ ਦੇ ਵਿੱਚ ਕਹਿੰਦਾ ਬਾਗਾਂ ਵਾਲੇ ਘਰ ਮਿਲਣਗੇ। ਇਹ ਕਲਪਨਾਵਾਂ ਨੇ। ਪਰ ਇੱਥੋਂ ਦੇ ਜਿਹੜੇ ਲੋਕ ਸੀ ਰੂਮ ਵਲਾਇਤ ਦੇ, ਉਹਨਾਂ ਦੇ ਕੋਲ ਤਾਂ ਇਹ ਵੀ ਨਹੀਂ ਸੀਗਾ। ਨਾ ਲੋਕ ਦੇ ਸੁੱਖ ਸੀ, ਨਾ ਪਰਲੋਕ ਦਾ ਸੁਹੇਲਾਪਣ ਸੀ। ਉੱਥੇ ਕੋਈ ਲੋਕ ਬੰਦੇ ਰੱਬ ਨੂੰ ਨਹੀਂ ਸੀ ਮੰਨਦੇ। ਇਹੋ ਹੀ ਕਾਰਨ ਕਿ ਉਹਨਾਂ ਦਾ ਲੋਕ ਵੀ ਦੁੱਖ ਭਰਿਆ, ਪਰਲੋਕ ਵੀ ਦੁੱਖ ਭਰਿਆ ਸੀ। ਹਾਂਜੀ। ਤਿਨ ਕੋ ਸੁਖ ਦੇਨੇ ਕੇ ਹੇਤਾ, ਪੁਰ ਪਰ ਵਿਸੈ ਬੇਦੀ ਕੁਲ ਕੇਤਾ। ਉਹ ਸਤਿਗੁਰੂ ਜਿਹੜੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹ ਪਰ ਉਪਕਾਰੀ ਗੁਰੂ ਨਾਨਕ ਇਸ ਨਗਰੀ ਵਿੱਚ ਪ੍ਰਵੇਸ਼ ਕਰਦੇ ਨੇ। ਉਹ ਆਈ ਇਸ ਕਰਕੇ ਸੀ, ਜਗਤ ਦੇ ਜੀਵਾਂ ਦਾ ਉਧਾਰ ਕਰਨ। ਉਹਨਾਂ ਨੇ ਉਦਾਸੀਆਂ ਆਰੰਭ ਹੀ ਇਸੇ ਕਰਕੇ ਕੀਤੀਆਂ ਸੀ। ਸੱਚੇ ਪਾਤਸ਼ਾਹ ਜਿਹੜੇ ਨੇ, ਉਹਨਾਂ ਨੇ ਭੇਖ ਵਟਾਇਆ ਹੀ ਇਸੇ ਕਰਕੇ ਸੀ। ਇਸੇ ਕਰਕੇ ਉਹਨਾਂ ਨੇ ਗੇਰੂਏ ਕੱਪੜੇ ਪਾਏ ਸੀ, ਇਸੇ ਕਰਕੇ ਰੂਪ ਬਣਾਇਆ ਸੀ ਕਿ ਉਹ ਜੀਵਾਂ ਦਾ ਉਧਾਰ ਕਰਨਾ ਚਾਹੁੰਦੇ ਸੀ। ਔਜੜੇ ਪਏ ਲੋਕਾਂ ਨੂੰ ਸਿੱਧੇ ਰਸਤੇ ਤੋਰਨਾ ਚਾਹੁੰਦੇ ਸੀ। ਰੂਮ ਵਲਾਇਤ ਦੇ ਲੋਕਾਂ ਨੂੰ ਸੁਖ ਦੇਣ ਵਾਸਤੇ ਸਤਿਗੁਰੂ ਜੀ ਨੇ ਇਸ ਨਗਰੀ ਵਿੱਚ ਪ੍ਰਵੇਸ਼ ਕੀਤਾ। ਨਹੀਂ ਤੇ ਅਮੂਮਨ ਆਪਾਂ ਬਹੁਤ ਕਥਾ ਸੁਣ ਲਈ ਹੈ ਕਿ ਗੁਰੂ ਸਾਹਿਬ ਕਦੇ ਕਿਸੇ ਨਗਰੀ 'ਚ ਜਾਂਦੇ ਨਹੀਂ ਸੀ ਹੁੰਦੇ। ਨਗਰੀ ਦੇ ਬਾਹਰ ਹੀ ਬਹਿ ਜਾਣਾ ਕਿਸੇ ਰੁੱਖ ਥੱਲੇ, ਉੱਥੇ ਹੀ ਲੋਕ ਆਉਂਦੇ ਸੀ, ਭਾਵੇਂ ਉਸੇ ਦਿਨ ਆ ਜਾਣ, ਭਾਵੇਂ 10-15 ਦਿਨਾਂ ਬਾਅਦ ਆ ਜਾਣ। ਸਤਿਗੁਰੂ ਨਹੀਂ ਸੀ ਅੰਦਰ ਜਾਂਦੇ, ਲੋਕ ਨਗਰੀ ਤੋਂ ਬਾਹਰ ਆ ਜਾਂਦੇ ਸੀ। ਪਰ ਇਹ ਦੂਜੀ ਤੀਜੀ ਕਥਾ ਹੁਣ ਆਪਾਂ ਲੜੀਵਾਰ ਸੁਣ ਰਹੇ ਹਾਂ ਕਿ ਸਤਿਗੁਰੂ ਜੀ ਨੇ ਬਾਹਰ ਬਹਿ ਕੇ ਉਡੀਕਿਆ ਨਹੀਂ ਹੈ, ਇਸ ਨਗਰੀ ਦੇ ਅੰਦਰ ਪ੍ਰਵੇਸ਼ ਕੀਤਾ ਹੈ। ਹਾਂਜੀ। ਕਾਰੂ ਕੇਰ ਦੁਰਗ ਜਿਹ ਭਾਰੀ, ਤਿਸ ਕੇ ਬੈਠੇ ਜਾਏ ਅਗਾਰੀ। ਸਤਿਗੁਰੂ ਜੀ ਚੱਲਦੇ 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 ਕਾਰੂ ਬਾਦਸ਼ਾਹ ਦਾ ਜਿਹੜਾ ਕਿਲਾ ਸੀ, ਉਹਦੇ ਦਰਵਾਜ਼ੇ ਦੇ ਸਾਹਮਣੇ ਬਹਿ ਗਏ। ਉੱਥੇ ਜਾ ਸਤਿਗੁਰਾਂ ਨੇ ਆਪਣਾ ਆਸਣ ਕੀਤਾ। ਬ੍ਰਿੰਦ ਹੁਤੇ ਦਰ ਪਰ ਦਰਵਾਨਾ, 300 ਸ਼੍ਰੀ ਗੁਰ ਬਚਨ ਬਖਾਨਾ। ਜਦੋਂ ਇਹ ਜਾ ਕੇ ਬਹਿ ਗਏ ਤੇ ਜਿਹੜੇ ਬਾਦਸ਼ਾਹ ਦੇ ਦਰਬਾਨ ਸਨ, ਉਹਦੇ ਦਰਵਾਜ਼ੇ ਦੀ ਰਾਖੀ ਕਰਨ ਵਾਲੇ, ਪਹਿਰੇਦਾਰੀ ਕਰਨ ਵਾਲੇ, ਉਹ ਆ ਕੇ ਪੁੱਛਦੇ ਨੇ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਬਈ। ਜਿੱਥੇ ਸਤਿਗੁਰੂ ਜੀ ਨੇ ਆਪਣੇ ਬਾਰੇ ਦੱਸਿਆ, ਫਿਰ ਸਤਿਗੁਰੂ ਜੀ ਉਹਨਾਂ ਤੋਂ ਵੀ ਪੁੱਛਦੇ ਨੇ ਵੀ ਤੁਸੀਂ ਕੌਣ ਹੋ ਬਈ, ਤੁਹਾਡੀ ਕੀ ਜ਼ਿੰਮੇਵਾਰੀ ਹੈ, ਤੁਸੀਂ ਇੱਥੇ ਬਾਦਸ਼ਾਹ ਦੇ ਮਹਿਲਾਂ ਦੇ ਬਾਹਰ ਤੁਸੀਂ ਕੀ ਕਰਦੇ ਹੋ। ਹਾਂਜੀ। ਕੈਸੂ ਹੈ ਪਤ ਸ਼ਾਹ ਬੁਲਾਇਤ, ਕੇਤਕ ਦੇਰ ਫਕੀਰ ਖਰਾਇਤ। ਸਤਿਗੁਰੂ ਜੀ ਉਹਨਾਂ ਨੂੰ ਪੁੱਛਦੇ ਨੇ ਵੀ ਦੱਸੋ, ਇਹ ਜਿਹੜਾ ਤੁਹਾਡਾ ਬਾਦਸ਼ਾਹ ਹੈ, ਇਹ ਕਿੱਦਾਂ ਦਾ ਮਨੁੱਖ ਹੈ, ਠੀਕ ਹੈ। ਕੈਸੋ ਹੈ ਪਾਤਸ਼ਾਹ ਵਿਲਾਇਤ, ਇਹ ਤੁਹਾਡਾ ਵਿਲਾਇਤ ਵਾਲਾ ਜਿਹੜਾ ਪਾਤਸ਼ਾਹ ਹੈ, ਇਹ ਕਿੱਦਾਂ ਦਾ ਹੈ, ਕਿ ਇਹ ਕਿਸੇ ਨੂੰ ਖਰਾਇਤ ਦਿੰਦਾ ਹੈ, ਕਿਸੇ ਸੰਤ ਨੂੰ, ਕਿਸੇ ਫਕੀਰ ਨੂੰ, ਕਿਸੇ ਗਰੀਬ ਨੂੰ ਕੋਈ ਦਾਨ ਪੁੰਨ ਕਰਦਾ ਹੈ। ਅੱਜ ਕੱਲ੍ਹ ਨਾ ਕਈ ਵਾਰੀ ਇੱਦਾਂ ਦਾ ਵੀ ਪ੍ਰਚਾਰ ਕੀਤਾ ਜਾਂਦਾ ਹੈ ਵੀ ਨਹੀਂ, ਗੋਲਕ ਵਿੱਚ ਵੀ ਮੱਥਾ ਨਹੀਂ ਟੇਕਣਾ ਚਾਹੀਦਾ, ਇੱਦਾਂ ਦਾ ਵੀ ਪ੍ਰਚਾਰ ਕੀਤਾ ਜਾਂਦਾ ਹੈ। ਤੇ ਭਾਈ ਫਿਰ ਇਹ ਵੀ ਪ੍ਰਚਾਰ ਕਰੋ ਕਿ ਡਾਕਟਰ ਨੂੰ ਵੀ ਫੀਸ ਨਹੀਂ ਦੇਣੀ ਚਾਹੀਦੀ, ਮੈਟਰੋ ਵਾਲਿਆਂ ਨੂੰ ਵੀ ਟਿਕਟ ਦੇ ਪੈਸੇ ਨਹੀਂ ਦੇਣੇ ਚਾਹੀਦੇ,
ਹੱਟੀ ਤੇ ਵੀ ਜਾਓ ਤੇ ਉੱਥੇ ਸੌਦੇ ਤੇ ਪੈਸੇ ਨਹੀਂ ਖਰਚਣੇ ਚਾਹੀਦੇ। ਮਤਲਬ ਬਾਕੀ ਥਾਵਾਂ ਤੇ ਅਸੀਂ ਕਹਿੰਦੇ ਜੀ ਪੈਸੇ ਜਿੰਨੇ ਮਰਜ਼ੀ ਲੈ ਲਓ, ਜੇ ਰੱਬ ਦੀ ਘਰ ਦੀ ਗੱਲ ਆਈ ਤੇ 1 ਰੁਪਈਏ ਤੋਂ ਵੀ ਅਸੀਂ ਮੁਨਕਰ ਹੋਣ ਲੱਗੇ ਆ। ਮੈਨੂੰ ਨਹੀਂ ਲੱਗਦਾ ਕਿ ਕੋਈ ਆਦਮੀ ਗੁਰਦੁਆਰੇ ਮੱਥਾ ਟੇਕ ਕੇ ਕੰਗਾਲ ਹੋ ਜਾਏਗਾ, ਉਹਦੇ ਕੋਲੇ ਪੈਸੇ ਨਹੀਂ ਬਚਣਗੇ, ਉਹਦੇ ਕੋਲੇ ਜੇਬ ਦਾ ਖਰਚਾ ਵੀ ਨਹੀਂ ਰਹੇਗਾ ਘਰ ਵਾਪਸ ਮੁੜਨ ਜੋਗਾ। ਬਾਕੀ ਸਤਿਗੁਰਾਂ ਨੇ ਕਿਤੇ ਕਿਹਾ ਵੀ ਨਹੀਂਗਾ ਕਿ ਜ਼ਰੂਰੀ ਮੱਥਾ ਟੇਕਣਾ ਭਾਈ, ਜਿਹਦੇ ਕੋਲ ਨਹੀਂ ਹੈਗਾ ਉਹ ਨਾ ਟੇਕੇ, ਪਰ ਜਿਹਦੇ ਕੋਲ ਹੋਵੇ ਉਹਨੂੰ ਜ਼ਰੂਰ ਟੇਕਣਾ ਚਾਹੀਦਾ। ਇਸ ਘਰ ਦੀ ਇੱਕ ਵਡਿਆਈ ਹੈ ਕਿ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਉ ਭਾਵਨੀ ਵਿੱਚ ਆ ਕੇ 1 ਕੌਡੀ ਵੀ ਮੱਥਾ ਟੇਕੋਗੇ ਤੇ ਗੁਰੂ ਉਹਦੇ ਬਦਲੇ ਵਿੱਚ ਤੁਹਾਨੂੰ ਦੁਨੀਆ ਦੇ ਖਜ਼ਾਨੇ ਵੀ ਬਖਸ਼ ਸਕਦਾ ਹੈ। ਦੇਖੋ ਤੁਸੀਂ ਜਦੋਂ ਮੱਥਾ ਟੇਕਣਾ ਗੁਰੂ ਨੂੰ ਸਨਮੁਖ ਰੱਖ ਕੇ ਮੱਥਾ ਟੇਕਣਾ, ਇਸ ਗੱਲ ਨੂੰ ਮੁੱਖ ਰੱਖ ਕੇ ਮੱਥਾ ਨਹੀਂ ਟੇਕਣਾ ਵੀ ਇਹ ਪੈਸਾ ਜਿਹੜਾ ਜੀ ਇਹ ਕੌਣ ਖੋਲੇਗਾ ਤੇ ਕੌਣ ਵਰਤੇਗਾ। ਇਹ ਜਿਹਦੀ ਜ਼ਿੰਮੇਵਾਰੀ ਹੈ, ਇਹ ਪੁੰਨ ਪਾਪ ਉਹਦੇ ਤੇ ਛੱਡ ਦਈਏ। ਜੇ ਆਪਾਂ ਸਮਝਦੇ ਹਾਂ ਕਿ ਰੱਬ ਸਦ ਸੁਣਦਾ ਸਦ ਵੇਖਦਾ ਹੈ, ਤੇ ਫਿਰ ਸਾਨੂੰ ਇਹ ਵੀ ਵਿਸ਼ਵਾਸ ਕਰਨਾ ਚਾਹੀਦਾ ਕਿ ਜੇ ਰੱਬ ਸਾਡੇ ਮੱਥਾ ਟੇਕਣ ਦੀ ਸਾਡੀ ਝੋਲੀ ਭਰ ਸਕਦਾ ਹੈ, ਤੇ ਜੇ ਭਾਈ ਉਹਦੇ ਪੈਸਿਆਂ ਦੀ ਕੋਈ ਗਲਤ ਵਰਤੋਂ ਕਰੇਗਾ ਤੇ ਉਹਨੂੰ ਸਜ਼ਾ ਵੀ ਦੇ ਸਕਦਾ ਹੈ। ਉਹਨੇ ਕਿਸੇ ਨੂੰ ਪੁੱਛ ਕੇ ਸਜ਼ਾ ਨਹੀਂ ਦੇਣੀ। ਮੈਂ ਤਾਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਰੱਬ ਜਦੋਂ ਵੀ ਮਾਰਦਾ ਹੈ ਨਾ ਮੱਤ ਹੀ ਮਾਰਦਾ, ਲੱਤ ਨਹੀਂ ਮਾਰਦਾ। ਉਹ ਡਾਂਗ ਸੋਟਾ ਨਹੀਂ ਮਾਰਦਾ ਕਿਸੇ ਨੂੰ, ਜਦੋਂ ਮਾਰਦਾ ਬੰਦੇ ਦੀ ਮੱਤ ਹੀ ਮਾਰਦਾ। ਉਹ ਸਤਿਗੁਰੂ ਜੀ ਨੇ ਪੁੱਛਿਆ, ਕੇਤਕ ਦੇਤ ਫਕੀਰ ਖਰਾਇਤ, ਕੀ ਫਕੀਰਾਂ ਨੂੰ ਆਇਆਂ ਨੂੰ ਇਹ ਰਾਜਾ ਨਵਾਜਦਾ ਹੈ? ਇਹ ਗੱਲ ਜ਼ਰੂਰ ਚੇਤਾ ਰੱਖੋ, ਤੁਹਾਡੇ ਘਰੋਂ ਆਇਆ ਕਦੇ ਕੋਈ ਖਾਲੀ ਨਹੀਂ ਜਾਣਾ ਚਾਹੀਦਾ। ਯਤਨ ਕਰੋ, ਕਿਉਂਕਿ ਵਸਦੇ ਘਰ ਵਿੱਚ ਕੋਈ ਆਸ ਨਾਲ ਹੀ ਆਉਂਦਾ ਹੈ। ਇਹ ਵੀ ਜ਼ਰੂਰੀ ਨਹੀਂ ਵੀ ਜੋ ਮੰਗਦਾ ਤੁਸੀਂ ਉਹੀ ਦੇਣਾ ਉਹਨੂੰ, ਉਹਨੇ ਮੰਗਣਾ ਹੈ, ਕਿਉਂਕਿ ਜਿੰਨੀ ਰੱਬ ਨੇ ਉਹਨੂੰ ਜ਼ੁਬਾਨ ਲੰਬੀ ਦਿੱਤੀ ਹੋਏਗੀ ਉਸ ਦਾ ਓਡਾ ਮੰਗ ਲਵੇ, ਪਰ ਤੁਸੀਂ ਓਨਾ ਹੀ ਦੇਣਾ ਹੈ ਜਿੰਨਾ ਰੱਬ ਨੇ ਤੁਹਾਨੂੰ ਦਿੱਤਾ ਹੈ। ਤੁਸੀਂ ਗੁਆਂਢੀਆਂ ਤੋਂ ਮੰਗ ਕੇ ਤਾਂ ਦਾਨ ਕਰਨਾ ਨਹੀਂ ਹੈ, ਤੁਸੀਂ ਤਾਂ ਰੱਬ ਦੇ ਦਿੱਤੇ ਚੋਂ ਦੇਣਾ ਹੈ। ਤੁਸੀਂ ਆਪਣੀ ਜਥਾ ਸ਼ਕਤੀ ਵੇਖਣੀ ਹੈ ਭਾਈ। ਇਹ ਕੋਈ ਜ਼ਰੂਰੀ ਨਹੀਂ ਵੀ ਮੰਗਣ ਵਾਲਾ ਕੀ ਮੰਗਦਾ ਹੈ ਤੁਸੀਂ ਉਹਨੂੰ ਮੁੱਖ ਰੱਖ ਕੇ ਬਹਿ ਜਾਓ, ਨਹੀਂ, ਇਹ ਕੋਈ ਉਪਦੇਸ਼ ਨਹੀਂ ਹੈ। ਤੋ ਇਸ ਕਥਾ ਦੇ ਵਿੱਚ ਆਉਂਦਾ ਕਿ ਸਤਿਗੁਰਾਂ ਨੇ ਪੁੱਛਿਆ ਉਹਨਾਂ ਦਰਬਾਨਾਂ ਨੂੰ ਵੀ ਕੀ ਤੁਹਾਡਾ ਜਿਹੜਾ ਬਾਦਸ਼ਾਹ ਹੈ ਉਹ ਕਿਸੇ ਆਏ ਸੰਤ ਫਕੀਰ ਪੀਰ ਨੂੰ ਕੋਈ ਦਾਨ ਪੁੰਨ ਦਿੰਦਾ ਹੈ? ਭਾਵ ਉਹ ਕੋਈ ਧਰਮ ਕਰਮ ਵੀ ਕਰਦਾ ਹੈ ਕਿ ਨਹੀਂ ਕਰਦਾ? ਹਾਂਜੀ। ਕੈਸੋ ਨਿਆਉ ਪ੍ਰਜਾ ਕੋ ਕਰਈ, ਕਰੁਣਾ ਕਿਤਕ ਰਿਦੇ ਮਹਿ ਧਰਈ। ਕੀ ਨਿਆਂ ਕਰਦਾ ਹੈ? ਰਾਜੇ ਚੁਲੀ ਨਿਆਮ ਕੀ, ਰਾਜੇ ਦਾ ਇਹ ਵੀ ਇੱਕ ਧਰਮ ਹੈ, ਇਨਸਾਫ ਕਰਨਾ। ਜਿਹੜਾ ਰਾਜਾ ਪ੍ਰਜਾ ਨਾਲ ਇਨਸਾਫ ਕਰਦਾ ਹੈ ਉਹ ਰਾਜੇ ਨੂੰ ਪ੍ਰਜਾ ਰੱਬ ਸਮਝ ਕੇ ਪੂਜਦੀ ਹੈ। ਕੀ ਸਤਿਗੁਰੂ ਜੀ ਪੁੱਛਦੇ ਨੇ ਰਾਜਾ ਨਿਆਂ ਕਰਦਾ ਹੈ, ਕਰੁਣਾ ਕਿਤਕ ਰਿਦੇ ਮੈਂ ਧਾਰੀ, ਕੀ ਉਹਨੂੰ ਲੋਕਾਂ ਤੇ ਤਰਸ ਆਉਂਦਾ ਹੈ, ਦਇਆ ਆਉਂਦੀ ਹੈ? ਕੀ ਉਹ ਕਰੁਣਾ ਹੈ ਉਹਦੇ ਕੋਲ? ਰਾਜਾ ਤੇ ਰੱਬ ਨੇ ਬਣਾ ਦਿੱਤਾ, ਉਹਨੂੰ ਮਹਿਲ ਮਾੜੀਆਂ ਵੀ ਬਖਸ਼ ਦਿੱਤੀਆਂ, ਖਜ਼ਾਨੇ ਵੀ ਹੀਰੇ ਮੋਤੀਆਂ ਨਾਲ ਭਰ ਦਿੱਤੇ, ਰੱਬ ਨੇ ਉਹਦੇ ਤੇ ਤਰਸ ਕੀਤਾ, ਕਿ ਉਹ ਵੀ ਕਿਸੇ ਤੇ ਤਰਸ ਕਰਦਾ? ਇਹਦਾ ਅਰਥ ਇਹ ਹੈ। ਸਤਿਗੁਰਾਂ ਨੇ ਇਹ ਵੀ ਦਰਬਾਨ ਨੂੰ ਪੁੱਛਿਆ। ਹਾਂਜੀ। ਸੁਨ ਦਰਬਾਨਨ ਗਿਰਾ ਉਚਾਰੀ, ਅਤ ਪ੍ਰਜਾ ਇਨ ਕੀਨ ਦੁਖਾਰੀ। ਔਰ ਇਹ ਜ਼ਰੂਰ ਚੇਤੇ ਰੱਖਣਾ ਕਿ ਜਿਹੜੇ ਵਿਅਕਤੀ ਤੁਹਾਡੇ ਮਤਹਿਤ, ਤੁਹਾਡੇ ਅੰਡਰ, ਜਿਹੜੇ ਤੁਹਾਡੇ ਅਧੀਨ ਕੰਮ ਕਰਦੇ ਨੇ, ਇਹ ਠੀਕ ਹੈ ਵੀ ਉਹ ਕੰਮ ਕਰ ਰਹੇ ਨੇ, ਪਰ ਅਗਰ ਉਹ ਸੁਖੀ ਨਹੀਂ ਹੋਣਗੇ ਤੇ ਉਹ ਤੁਹਾਡੇ ਕਦੇ ਪਰਦੇ ਵੀ ਨਹੀਂ ਢੱਕਣਗੇ।
ਜਦੋਂ ਕਿਤੇ ਸੌਫਟ ਕਾਰਨਰ ਮਿਲੇਗੀ ਉਹ ਉੱਥੇ ਹੀ ਬੋਲ ਪੈਣਗੇ। ਗੁਰੂ ਜੀ ਦੇ ਉਹਨਾਂ ਨਾਲ ਗੱਲ ਕਰਨ ਦਾ ਜਿਹੜਾ ਤਰੀਕਾ ਸੀ, ਜਾਂ ਗੁਰੂ ਦੀ ਐਸੀ ਕਰਾਮਾਤ ਵਰਤੀ ਹੈ ਕਿ ਉਹ ਦਰਬਾਨ ਜਿਹੜੇ ਸੀ ਉਹ ਤੇ ਸੱਚ ਬੋਲਣ ਲੱਗ ਪਏ। ਉਹਨਾਂ ਦੇ ਅੰਦਰੋਂ ਇਹ ਖੌਫ ਗੁਰੂ ਨੇ ਕੱਢ ਦਿੱਤਾ ਵੀ ਤੁਸੀਂ ਰਾਜੇ ਦਾ ਡਰ ਨਾ ਮੰਨੋ, ਜੋ ਸੱਚੀ ਗੱਲ ਹੈ ਕਰੋ। ਤਾਂ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਅਤ ਪਰਜਾ ਇਨ ਕੀਨ ਦੁਖਾਰੀ। ਕਹਿਣ ਲੱਗੇ ਮਹਾਰਾਜ ਕੀ ਦਸੀਏ ਤੁਹਾਨੂੰ, ਇੱਕ ਇੱਕ ਬੰਦਾ ਇਸ ਮੁਲਕ ਦਾ ਦੁਖੀ ਹੈ, ਇਹਨੇ ਪਰਜਾ ਨੂੰ ਇੰਨੇ ਦੁੱਖ ਦਿੱਤੇ ਨੇ। ਹਾਂਜੀ, ਕਾਰੂ ਅਤ ਜ਼ੁਲਮੀ ਪਾਤਸ਼ਾਹ, ਕਿਰਪਨ ਵਿਸਾਲ ਰਹੇ ਧਨ ਚਾਹ। ਇਹ ਜਿਹੜਾ ਕਾਰੂ ਬਾਦਸ਼ਾਹ ਹੈ ਇਹ ਅਤ ਜ਼ੁਲਮੀ ਰਾਜਾ ਹੈ। ਇਹ ਲੋਕਾਂ ਤੇ ਜ਼ੁਲਮ ਕਰਦਾ ਹੈ, ਅਨਿਆਂ ਕਰਦਾ ਹੈ। ਜ਼ੁਲਮ ਦਾ ਅਰਥ ਹੁੰਦਾ ਹੈ ਲੋਕਾਂ ਨਾਲ ਅਨਿਆਂ ਕਰਨਾ। ਜ਼ੁਲਮ ਦਾ ਅਰਥ ਇਕੱਲਾ ਇਹ ਨਹੀਂ ਹੁੰਦਾ ਕੁੱਟਣਾ ਮਾਰਨਾ। ਕਿਸੇ ਨੂੰ ਭੁੱਖੇ ਰਹਿਣ ਵਾਸਤੇ, ਕਿਸੇ ਨੂੰ ਧੁੱਪੇ ਸੜਨ ਵਾਸਤੇ, ਕਿਸੇ ਨੂੰ ਨੰਗੇ ਰਹਿਣ ਵਾਸਤੇ ਮਜਬੂਰ ਕਰ ਦੇਣਾ, ਇਹ ਵੀ ਤੇ ਜ਼ੁਲਮ ਹੈ। ਕਹਿਣ ਲੱਗੇ ਜੀ ਬੜਾ ਜ਼ੁਲਮੀ ਬਾਦਸ਼ਾਹ। ਕ੍ਰਿਪਨ ਵਿਸਾਲ ਬਹੁਤ ਵੱਡਾ ਕੰਜੂਸ ਹੈ। ਰਹੇ ਧਨ ਚਾਹੇ, ਬਸ ਸਾਰਾ ਦਿਨ ਇਹਨੂੰ ਇੱਕੋ ਹੀ ਗੱਲ ਹੈ ਵੀ ਜੇ ਕਿਤੇ ਪੈਸੇ ਹੈਗੇ ਨੇ ਤੇ ਮੈਨੂੰ ਦਿਓ। ਇਹ ਸਾਰਾ ਧਨ ਆਪਣੇ ਕੋਲ ਇਕੱਠਾ ਕਰੀ ਜਾਂਦਾ ਹੈ। ਹਾਂਜੀ, ਰੰਚਕ ਦਾਨ ਕਿਸੂ ਨਹਿ ਦੇਈ, ਪਰਜਾ ਸਰਬ ਲੂਟ ਇਨ ਲਈ। ਕਹਿਣ ਲੱਗੇ ਜੀ ਇੱਕ ਰੰਚਕ ਮਾਤਰ, ਇੱਕ ਭੋਰਾ, ਇੱਕ ਜਰਾ ਮਾਤਰ ਵੀ ਕਦੇ ਨੇ ਦਾਨ ਨਹੀਂ ਕੀਤਾ। ਇਸ ਤੋਂ ਉਲਟ ਇਹਨੇ ਸਾਰੀ ਪਰਜਾ ਹੀ ਲੁੱਟ ਲਈ ਹੈ। ਸਭ ਦੁਨੀਆ ਦੇ ਖਜ਼ਾਨੇ ਜਿਹੜੇ ਨੇ ਇਸ ਨੇ ਖੋਹ ਲੈਣੇ। ਗਰੀਬ ਤੋਂ ਗਰੀਬ ਆਦਮੀ ਦਾ ਵੀ ਧਨ ਇਸ ਨੇ ਆਪਣੇ ਕੋਲ ਖਟੋਸ ਲਿਆ। ਇਹਨੇ ਸਭ ਦਾ ਧਨ ਆਪਣੇ ਕੋਲ ਖਟੋਸਿਆ ਹੈ, ਸਭ ਦਾ ਧਨ ਆਪਣੇ ਕੋਲ ਖੋਹ ਲਿਆ ਇਸ ਨੇ। ਹਾਂਜੀ, ਇਸ ਕੋ ਭਰਾਤ ਹਰੂ ਨਹਿ ਜੋ, ਦਰਬ ਗੰਜ ਚਾਲੀ ਕੀਐ ਸੋ। ਕਹਿਣ ਲੱਗੇ ਜੀ ਇਹਦੀ ਗੱਲ ਤੇ ਛੱਡੋ। ਇਹਦਾ ਇੱਕ ਭਰਾ ਹੈ, ਉਹਦਾ ਨਾਂ ਹੈ ਹਰੂਨ। 40 ਗੰਜ ਧਨ ਤੇ ਉਹਦੇ ਕੋਲ ਹੈ। ਦਿੱਲੀ ਵਿੱਚ ਇੱਕ ਸ਼ਬਦ ਹੈ ਪਹਾੜ ਗੰਜ, ਸੀਸ ਗੰਜ। ਇਹ ਇਲਾਕਿਆਂ ਦੇ ਨਾਮ ਨੇ। ਮਿਲਰ ਗੰਜ, ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਨਾਂ ਤੁਹਾਨੂੰ ਮਿਲਣਗੇ। ਹੁਣ ਗੰਜ ਦਾ ਇੱਕ ਜਿਹੜਾ ਅਰਥ ਖਜ਼ਾਨਾ ਵੀ ਹੈ, ਉਹਦੇ ਹੋਰ ਵੀ ਕਈ ਅਰਥ ਨੇ। ਔਰ ਜਦੋਂ ਅਸੀਂ ਗਿਣਤੀ ਵਿੱਚ ਆਉਂਦੇ ਆ, ਅਸੀਂ ਕਹਿੰਦੇ ਆ ਇੱਕ, ਇੱਕ ਤੋਂ ਬਾਅਦ ਗਿਣਤੀ ਜਦੋਂ ਡਬਲ ਫਿਗਰ ਹੁੰਦੀ ਅਸੀਂ ਕਹਿੰਦੇ 10, ਜਦੋਂ ਟ੍ਰਿਪਲ ਹੁੰਦੀ ਅਸੀਂ ਕਹਿੰਦੇ 100। 1 10 100 ਫਿਰ 1000। 10 ਵਾਰੀ 100 ਇਕੱਠਾ ਕਰ ਲਈਏ ਤੇ 1000 ਬਣ ਜਾਂਦਾ। ਤੇ ਜੇ ਅਸੀਂ 10 ਵਾਰੀ 1000 ਇਕੱਠਾ ਕਰੀਏ ਤੇ 10,000 ਬਣ ਜਾਂਦਾ। ਫਿਰ ਅੱਗੇ ਲੱਖ, ਫਿਰ 10 ਲੱਖ, ਫਿਰ ਕਰੋੜ, ਫਿਰ ਕਰੋੜ ਤੋਂ ਬਾਅਦ ਅਰਬ, ਅਰਬ ਤੋਂ ਬਾਅਦ ਖਰਬ, ਖਰਬ ਤੋਂ ਬਾਅਦ ਗੰਜ, ਗੰਜ ਤੋਂ ਬਾਅਦ ਨੀਲ। ਜਦੋਂ ਕਈ ਵਾਰੀ ਅਸੀਂ ਕਹਿੰਦੇ ਨਾ ਵੀ ਉਹ ਲਿਖਣ ਲੱਗਿਆ ਕਹਿੰਦੇ ਜ਼ੀਰੋ ਮੁੱਕ ਜਾਂਦੀਆਂ ਨੇ। ਅੱਜ ਵੀ ਕਿਸੇ ਵੱਡੇ ਵੱਡੇ ਬੰਦੇ ਨੂੰ ਵੀ ਤੁਸੀਂ ਕਹੋ ਵੀ ਨੀਲ ਲਿਖ ਕੇ ਵਿਖਾ, ਮੇਰਾ ਖਿਆਲ ਨਹੀਂ ਉਹ ਜ਼ੀਰੋ ਪੂਰੀਆਂ ਕਰ ਸਕੇ। ਉਹਨੂੰ ਲੱਭਣੀਆਂ ਪੈਣਗੀਆਂ ਵੀ ਕਿੰਨੀਆਂ ਲੱਗਦੀਆਂ ਨੇ। ਮੇਰੇ ਵਰਗੇ ਨੂੰ ਤੇ ਲੱਖ ਲਿਖਣ ਲੱਗਿਆ ਵੀ ਘੜੀ ਘੜੀ ਗਿਣਨੀਆਂ ਪੈਂਦੀਆਂ ਵੀ 6 ਹੋ ਗਈਆਂ ਪੂਰੀਆਂ ਕਿ ਨਹੀਂ ਹੋ ਗਈਆਂ। ਛੇ ਡਿਜਿਟ ਹੋਣ ਤੇ ਲੱਖ ਬਣਦਾ, ਪਰ ਗੰਜ ਤੇ ਉਹਦਾ ਕੋਈ ਅੰਤ ਹੀ ਨਹੀਂ ਹੈ। 40 ਗੰਜ ਰੁਪਈਆ
ਕਾਰੂ ਬਾਦਸ਼ਾਹ ਦੇ ਭਰਾ ਹਰੂਨ ਨੇ ਇਕੱਠਾ ਕੀਤਾ ਸੀ ਤੇ ਕੀਨੇ ਹੁਣ ਇਹਦੇ ਜਿਹੜੀ ਦੌਲਤ ਹੈ ਉਹ ਉਹਦੇ ਤੋਂ ਵੀ ਜ਼ਿਆਦੀ ਹੈ ਕਾਰੂ ਬਾਦਸ਼ਾਹ ਦੀ। ਹਾਂਜੀ। ਇਨ ਕੀਨੇ 45 ਗੰਜ ਸਰਬ ਵਿਲਾਇਤ ਮਾਇਆ ਸੰਜ। ਪੂਰੇ ਵਿਲਾਇਤ ਦੇਸ਼ ਦੀ ਮਾਇਆ ਇਕੱਠੀ ਕਰ ਲਈ। ਇਹਦੇ ਕੋਲ 45 ਗੰਜ ਨੇ, ਇਹਦੇ ਭਰਾ ਹਰੂਨ ਦੇ ਕੋਲ 40 ਗੰਜ ਨੇ। ਹਾਂਜੀ। ਦਾਦ ਪੁਕਾਰ ਨ ਸੁਣੇ ਕਛ ਲੇਵਹਿ ਧਨ ਖੁਸਵਾਏ। ਇਹ ਕਦੇ ਕਿਸੇ ਦੀ ਪੁਕਾਰ ਨਹੀਂ ਸੁਣਦਾ। ਇਹ ਜਿਹੜਾ ਰਾਜਾ ਹੈ, ਕੋਈ ਵਿਅਕਤੀ ਆ ਕੇ ਪੁਕਾਰ ਕਰੇ, ਇਹ ਕਿਸੇ ਨੂੰ ਇਨਸਾਫ ਨਹੀਂ ਦਿੰਦਾ, ਕਿਸੇ ਦੀ ਪੁਕਾਰ ਨਹੀਂ ਸੁਣਦਾ। ਨਹੀਂ ਤਾਂ ਆਪਾਂ ਵੇਖਦੇ ਹਾਂ ਨਾ, ਜੇ ਪੁਲਿਸ ਨਾ ਸੁਣੇ, ਦੇਖੋ ਪਹਿਲੀ ਸਾਡੀ ਅਪਰੋਚ ਕੀ ਹੈ, ਥਾਣੇ ਜਾਓ। ਹੁਣ ਥਾਣੇਦਾਰ ਵੀ ਤੁਹਾਨੂੰ ਪਤਾ ਵੀ ਬੜੇ ਬੜੇ ਕਲਾਕਾਰ ਹੁੰਦੇ ਨੇ, ਅੱਜ ਕੱਲ੍ਹ ਤੇ ਬੜੀਆਂ ਖਬਰਾਂ ਆਉਂਦੀਆਂ ਨੇ। ਫਿਰ ਕੀ ਹੈ, ਫਿਰ ਤੁਸੀਂ ਕੋਰਟ ਚਲੇ ਜਾਓ। ਕੋਰਟ ਦੇ ਵੀ ਅੱਗੋਂ ਕਈ ਸਟੈਪ ਨੇ। ਲੋਅਰ ਕੋਰਟ ਜਾਓ, ਸੈਸ਼ਨ ਕੋਰਟ ਜਾਓ, ਫਿਰ ਹਾਈ ਕੋਰਟ ਜਾਓ, ਫਿਰ ਸੁਪਰੀਮ ਕੋਰਟ ਜਾਓ, ਫਿਰ ਡਬਲ ਬੈਂਚ ਤੇ ਜਾਓ, ਉਹਦੀ ਵੀ ਅੱਗੋਂ ਕਈ ਬੈਂਚ ਨੇ, ਉੱਥੇ ਅੱਗੇ ਤੁਸੀਂ ਫਰਿਆਦ ਕਰ ਸਕਦੇ ਹੋ। ਫਿਰ ਵੀ ਨਾ ਗੱਲ ਬਣੇ, ਤੁਸੀਂ ਰਾਸ਼ਟਰਪਤੀ ਕੋਲ ਵੀ ਅਪੀਲ ਪਾ ਸਕਦੇ ਹੋ। ਪਰ ਕਾਰੂ ਬਾਦਸ਼ਾਹ ਐਸਾ ਸੀ ਜਿਹੜਾ ਪੁਕਾਰ ਸੁਣਦਾ ਹੀ ਨਹੀਂ ਸੀ। ਇਨਸਾਫ ਕਰਨਾ ਕੋਈ ਨਹੀਂ ਤੇ ਫਰਿਆਦ ਸੁਣਨੀ ਕੋਈ ਨਹੀਂ। ਅਗਰ ਮੈਨੂੰ ਇਨਸਾਫ ਨਹੀਂ ਮਿਲੇਗਾ ਤਾਂ ਮੈਂ ਕਿਤੇ ਜਾ ਕੇ ਫਰਿਆਦ ਕਰਾਂਗਾ। ਫਰਿਆਦ ਇਹ ਸੁਣਦਾ ਨਹੀਂ ਸੀ ਕਿਸੇ ਦੀ। ਇਸ ਕਰਕੇ ਉਹ ਜਿਹੜੇ ਦਰਬਾਨ ਸੀ ਉਹ ਗੁਰੂ ਸਾਹਿਬ ਨੂੰ ਦੱਸਦੇ ਨੇ ਕਿ ਦਾਦ ਪੁਕਾਰ ਨਾ ਸੁਣੇ ਕੱਛ ਲੇਵੇਂ ਧਨ ਖੁਸਵਾਏ। ਇਹ ਲੋਕਾਂ ਦਾ ਧਨ ਖੁਸਵਾ ਲੈਂਦਾ ਹੈ, ਖੁਸੋਟ ਲੈਂਦਾ ਹੈ, ਪਰ ਪੁਕਾਰ ਕਿਸੇ ਦੀ ਨਹੀਂ ਸੁਣਦਾ, ਇਨਸਾਫ ਕੋਈ ਨਹੀਂ ਕਰਦਾ। ਸਭ ਪ੍ਰਜਾ ਇਹਦੇ ਤੋਂ ਬੜੀ ਦੁਖੀ ਹੈ। ਹਾਂਜੀ। ਦਇਆਹੀਨ ਦੁਖ ਦੇਹ ਸਭ ਮਾਨਤ ਬਾਤ ਨ ਕਾਏ। ਇਹ ਕਿਸੇ ਦੀ ਕੋਈ ਗੱਲ ਨਹੀਂ ਮੰਨਦਾ। ਕਰਦਾ ਕੀ ਹੈ, ਕਹਿੰਦੇ ਇਹ ਸਾਰੇ ਲੋਕਾਂ ਨੂੰ ਦੁੱਖ ਦਿੰਦਾ ਹੈ, ਸਾਰੇ ਲੋਕ ਇਹਦੇ ਤੋਂ ਦੁਖੀ ਨੇ। ਇਸ ਕਰਕੇ ਦਇਆਹੀਨ, ਇਹਦੇ ਕੋਲ ਦਇਆ ਨਹੀਂ ਹੈ, ਤਰਸ ਨਹੀਂ ਹੈ, ਇਹ ਕਿਸੇ ਤੇ ਰਹਿਮ ਨਹੀਂ ਕਰਦਾ। ਹਾਂਜੀ। ਦੇਸ਼ ਵਿਲਾਇਤ ਸਗਰੇ ਲੋਕਾ ਰਹਿ ਦੁਖੀ ਨਿਤ ਧਰ ਉਰ ਸ਼ੋਕਾ। ਆਖਿਆ ਮਹਾਰਾਜ, ਇਸ ਦੇਸ਼ ਦੇ ਵਿੱਚ ਕਦੇ ਕੋਈ ਖੁਸ਼ ਨਹੀਂ ਹੁੰਦਾ, ਕੋਈ ਹੱਸਦਾ ਹੀ ਨਹੀਂ ਹੈ, ਕਦੇ ਕਿਸੇ ਨੇ ਖੁਸ਼ੀ ਵੇਖੀ ਨਹੀਂ ਹੈ, ਕਿਉਂਕਿ ਉਹਨੇ ਲਿਆ ਕੇ ਲੋਕ ਇੱਥੇ ਖੜੇ ਕਰ ਦਿੱਤੇ। ਤੁਸੀਂ ਵੇਖਿਆ ਜਦੋਂ ਨੋਟਬੰਦੀ ਹੋਈ ਕੀ ਹੋਇਆ? ਮੈਂ ਨਾਂ ਨਹੀਂ ਲਵਾਂਗਾ, ਇੱਕ ਬਹੁਤ ਵੱਡਾ ਵਿਅਕਤੀ, ਜਦੋਂ ਮੈਂ ਦਿੱਲੀ ਆਇਆ ਤਾਂ ਉਸ ਵੇਲੇ ਵੱਡੀਆਂ ਸੇਵਾਵਾਂ ਕਰਨ ਵਿੱਚ ਉਸ ਪਰਿਵਾਰ ਦਾ ਨਾਮ ਸੀ। ਹੁਣ ਉਸ ਪਰਿਵਾਰ ਵਿੱਚ ਸ਼ਾਦੀ ਹੈ। ਉਹ ਸੱਜਣ ਇੱਥੇ ਮੱਥਾ ਟੇਕਣ ਆਇਆ ਤੇ ਮੈਂ ਬਾਹਰ ਅੱਗੋਂ ਹੋ ਕੇ ਮਿਲਿਆ। ਮੈਂ ਕਿਹਾ ਵੀਰ ਜੀ, ਪਤਾ ਲੱਗਿਆ ਸੀ ਕਾਰਜ ਰੱਖਿਆ ਹੋਇਆ ਤੇ ਨੋਟਬੰਦੀ ਹੋ ਗਈ, ਕਿਵੇਂ ਹੋਏਗਾ? ਤੁਸੀਂ ਯਕੀਨ ਕਰਨਾ, ਲਿਟਰਲੀ ਰੋ ਪਿਆ ਬੰਦਾ। ਮੈਂ ਕਿਹਾ ਜੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ? ਉਹ ਕਹਿੰਦਾ ਘਰ ਭਰਿਆ ਹੋਇਆ ਪਰ ਖਰਚਣ ਦੇ ਲਈ ਹੱਥ 'ਚ 1 ਰੁਪਈਆ ਵੀ ਨਹੀਂ ਹੈਗਾ। ਵੀ ਜੇ ਥੋੜੀ ਬਹੁਤੀ ਕੋਈ ਤੁਸੀਂ ਕਰਵਾ ਸਕਦੇ ਹੋ ਤਾਂ ਕਰਵਾ ਦਿਓ। ਮੈਂ ਸੁਣ ਕੇ ਵੇਖ ਕੇ ਹੈਰਾਨ ਸੀਗਾ। ਤੁਸੀਂ ਸੁਣਿਆ ਵੀ ਨੋਟਬੰਦੀ ਵਿੱਚ ਐਜੀਟੇਸ਼ਨ ਨਹੀਂ ਹੋਈ? ਇਹ ਬੜਾ ਵੱਡਾ ਸਵਾਲ ਹੈ। ਪੈਟਰੋਲ ਦੀ ਕੀਮਤ ਵਧੇ ਐਜੀਟੇਸ਼ਨ ਹੁੰਦੀ ਹੈ, ਡੀਜ਼ਲ ਦੀ ਕੀਮਤ ਵਧੇ ਐਜੀਟੇਸ਼ਨ ਹੁੰਦੀ ਹੈ, ਗੈਸ ਦੀ ਕੀਮਤ ਵਧੇ ਐਜੀਟੇਸ਼ਨ ਹੁੰਦੀ ਹੈ, ਕੋਈ ਬਿੱਲ ਆਵੇ ਐਜੀਟੇਸ਼ਨ ਹੁੰਦੀ, ਧਰਨੇ ਹੁੰਦੇ, ਮੁਜ਼ਾਹਰੇ ਹੁੰਦੇ ਹੈ, ਫਿਰ ਪੁਤਲੇ ਸਾੜੇ ਜਾਂਦੇ, ਅਰਥੀਆਂ ਫੂਕੀਆਂ ਜਾਂਦੀਆਂ ਨੇ। ਇੱਕ ਵਕਤ ਇੰਡੀਆ ਵਿੱਚ ਐਸਾ ਆਇਆ
ਜਦੋਂ ਨੋਟਬੰਦੀ ਹੋਈ ਕੁਛ ਨਹੀਂ ਹੋਇਆ। ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਮੁਜ਼ਾਹਰਾ ਵੀ ਕੋਈ ਨਹੀਂ ਹੋ ਰਿਹਾ। ਕਹਿੰਦਾ ਗਿਆਨੀ ਜੀ ਮੁਜ਼ਾਹਰਾ ਕਰਨ ਲਈ ਵੀ ਤਾਂ ਪੈਸੇ ਚਾਹੀਦੇ ਆ। ਕਹਿੰਦਾ ਜਿਨ੍ਹਾਂ ਨੇ ਮੁਜ਼ਾਹਰਾ ਕਰਨਾ ਪਹਿਲਾਂ ਤਾਂ ਉਹ ਦਿਹਾੜੀ ਤੇ ਲਿਆਈਦੇ ਨੇ, ਪੈਸੇ ਕਿੱਥੇ ਨੇ? ਤੇ ਜਿਹੜੇ ਮੁਜ਼ਾਹਰਾ ਕਰ ਰਹੇ ਹੁਣ ਉਹਨਾਂ ਨੂੰ ਮਗਰੋਂ ਰੋਟੀ ਪਾਣੀ ਵੀ ਚਾਹੀਦਾ। ਲੋਕ ਆਪਣੇ ਬੱਚਿਆਂ ਨੂੰ ਰੋਂਦੇ ਵਹਿੰਦੇ ਸੀ ਅੱਖਾਂ ਦੇ ਸਾਹਮਣੇ। ATM 'ਚੋਂ ਜੇ 2000 ਨਿਕਲਦਾ ਸੀ ਤੇ ਉਹ ਟੁੱਟੇ ਨਹੀਂ ਸੀ ਮਿਲਦੇ ਅੱਗੋਂ। ਉਹ 2000 ਦਾ ਨੋਟ ਵੀ ਕਿਸੇ ਦੇ ਕੰਮ ਨਹੀਂ ਸੀ ਆਉਂਦਾ। ਨਾ ਉਹਦੀ ਬ੍ਰੈਡ ਮਿਲਦੀ ਸੀ, ਨਾ ਦੁੱਧ ਮਿਲਦਾ ਸੀ। ਇਹ ਸਭ ਤੋਂ ਜਿਹੜੀ ਇਕਨੋਮੀ ਦਾ ਜਿਹੜਾ ਕੰਟਰੋਲ ਹੈ, ਆ ਜਿਹੜੀ ਵਰਲਡ ਵਾਰ ਲੱਗੀ ਕਿੱਥੋਂ ਸ਼ੁਰੂ ਹੋਈ ਹੈ? ਇੱਥੋਂ ਹੀ ਸ਼ੁਰੂ ਹੋਈ ਸਾਰੀ। ਕਰੰਸੀ ਦੇ ਕੰਟਰੋਲ ਤੋਂ ਸਾਰਾ ਕੰਮ ਸ਼ੁਰੂ ਹੋਇਆ। ਤੋ ਇਸ ਕਾਰੂ ਬਾਦਸ਼ਾਹ ਨੇ ਪਹਿਲਾ ਕੰਮ ਇਹ ਕੀਤਾ ਵੀ ਲੋਕਾਂ ਤੋਂ ਧਨ ਹੀ ਖੋਹ ਲਿਆ, ਹੈ ਹੀ ਨਹੀਂ ਕਿਸੇ ਕੋਲੇ। ਹੁਣ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਕੀ ਮਿਲਦਾ ਹੈ? ਕਿਸੇ ਨੇ ਸਾਰਾ ਦਿਨ ਕੰਮ ਕੀਤਾ, ਉਹਨੂੰ 4 ਕਿਲੋ ਆਟਾ ਮਿਲ ਗਿਆ, 2 ਕਿਲੋ ਸਬਜ਼ੀ ਮਿਲ ਗਈ, ਕੋਈ 2 ਕਿਲੋ ਗੁੜ ਮਿਲ ਗਿਆ। ਹੁਣ ਦੱਸੋ ਕੀ ਕਰੇ ਬੰਦਾ? ਇਹ ਚੀਜ਼ਾਂ ਤੇ ਖਾ ਹੀ ਸਕਦਾ। ਇਹਨਾਂ ਚੀਜ਼ਾਂ ਨਾਲ ਹੋਰ ਤੇ ਕੁਝ ਨਹੀਂ ਹੋ ਸਕਦਾ। ਪੈਸੇ ਹੁੰਦੇ ਹੀ ਨਹੀਂ ਸੀ। ਉਹਨਾਂ ਦਰਬਾਨਾਂ ਨੇ ਕਿਹਾ, ਫਕੀਰ ਜੀ ਇਸ ਰਾਜੇ ਦੇ ਅੰਦਰ ਦਇਆ ਨਹੀਂ ਹੈ। ਦੇਸ਼ ਵਲਾਇਤ ਸਗਰੇ ਲੋਕਾ ਰਹੇ ਦੁਖੀ, ਨਿਤ ਧਰ ਉਰ ਸ਼ੋਕਾ। ਸ਼ੋਕ, ਗਮ, ਕਦੇ ਇੱਥੇ ਤੁਹਾਨੂੰ ਕੋਈ ਹੱਸਦਾ ਬੰਦਾ ਨਹੀਂ ਮਿਲੇਗਾ। ਹਾਂਜੀ। ਕਿਤੇ ਗ੍ਰਾਮ ਕਰ ਗਏ ਉਜਾਰਾ, ਕੀਤਕ ਮਰ ਗਏ ਕਰਤ ਪੁਕਾਰਾ। ਬੜੇ ਲੋਕ ਨੇ ਜਿਹੜੇ ਦੇਸ਼ ਛੱਡ ਕੇ ਚਲੇ ਗਏ ਨੇ। ਕੁਝ ਉਹ ਲੋਕ ਨੇ ਜਿਹੜੇ ਇੱਥੇ ਪੁਕਾਰ ਕਰਦੇ ਕਰਦੇ ਮਰ ਗਏ ਨੇ। ਕੋਈ ਹੈ ਹੀ ਨਹੀਂ, ਰਸਤਾ ਹੀ ਕੋਈ ਨਹੀਂ ਸੀ ਉਹਨਾਂ ਦੇ ਕੋਲੇ। ਹਾਂਜੀ। ਸੁਨ ਕਰ ਤਿਨ ਤੇ ਕਿਰਪਾ ਨਿਧਾਨਾ, ਪੁਨ ਬੂਝੇ ਸੋ ਦਰਵਾਨਾ। ਸਤਿਗੁਰੂ ਫਿਰ ਕਿਰਪਾ ਦੇ ਘਰ ਵਿੱਚ ਆਏ ਤੇ ਉਹਨਾਂ ਹੀ ਦਰਬਾਨਾਂ ਨੂੰ ਕੁਝ ਗੱਲਾਂ ਹੋਰ ਪੁੱਛੀਆਂ। ਹਾਂਜੀ। ਕੈਸੇ ਦਰਬ ਕੀਨ ਇਕ ਠਾਈ, ਰਾਖਤ ਹੈ ਨਰ ਅਦਕ ਦੁਰਾਈ। ਸਤਿਗੁਰੂ ਕਹਿੰਦੇ ਵੀ ਇਹ ਦੱਸੋਗੇ ਵੀ ਇਹਨੇ ਧਨ ਸਾਰਾ ਕਿਵੇਂ ਇਕੱਠਾ ਕਰ ਲਿਆ? ਕਿਉਂਕਿ ਧਨ ਹਮੇਸ਼ਾ ਬੰਦਾ ਲੁਕਾ ਕੇ ਰੱਖਦਾ ਹੈ। ਵੇਖੋ ਕੈਸੀ ਸਮਝਣ ਵਾਲੀ ਗੱਲ ਹੈ। ਜਦੋਂ ਨੋਟਬੰਦੀ ਹੋਈ ਨਾ, ਕੱਲੀ ਨੋਟਬੰਦੀ 'ਚ ਇਹ ਨਹੀਂ ਵੀ ਲੋਕਾਂ ਨੇ ਗਰੀਬੀ ਵੇਖੀ, ਔਖੇ ਦਿਨ ਵੇਖੇ, ਕਈ ਰਿਸ਼ਤੇ ਟੁੱਟਦੇ ਵੇਖੇ ਆਪਾਂ। ਜਦ ਟੁੱਟਦੇ ਟੁੱਟਦੇ ਮਸਾਂ ਬਚੇ। ਜਿਹੜਾ ਬੰਦਾ ਰੋਜ਼ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਵੀ ਭਾਗਵਾਨੇ ਕਿਤੇ ਵੇਖ, ਕੋ ਥੋੜੇ ਬਹੁਤੇ ਪੈਸੇ ਤੇਰੇ ਕੋਲ ਪਏ ਹੋਣ, ਅੱਜ ਬੜੇ ਜ਼ਰੂਰੀ ਚਾਹੀਦੇ, ਉਹ ਕਹਿੰਦੇ ਨਹੀਂ ਹੈ ਹੀ ਨਹੀਂ। ਜਦੋਂ ਨੋਟਬੰਦੀ ਹੋ ਗਈ, ਉਹ ਵੀ ਕਈ ਲੱਖ ਕੱਢ ਕੇ ਬਹਿ ਗਈ ਵੀ ਮਹਾਰਾਜ ਮੇਰੇ ਵੀ ਵਟਾਓ। ਇਹ ਹਕੀਕਤ ਜੇ। ਅੱਜ ਵੀ ਕਿਤੇ ਉਹ, ਮੇਰਾ ਖਿਆਲ ਜੇ ਮੈਂ ਠੀਕ ਕਹਿ ਰਿਹਾ ਹੋਵਾਂ ਤੇ ਸਨ 16 ਦੀ ਗੱਲ ਹੈ ਜਦੋਂ ਨੋਟਬੰਦੀ ਹੋਈ ਹੈ। ਜੇ ਤਰੀਕ ਵੀ ਠੀਕ ਹੋਵੇ ਤੇ 8 ਨਵੰਬਰ ਸੀ ਉਸ ਦਿਨ। ਮੈਂ ਦਿੱਲੀ ਏਅਰਪੋਰਟ ਤੇ ਉਤਰਿਆ, ਰਾਤੀ 12-1 ਵਜੇ ਫਲਾਈਟ ਲੱਗੀ ਹੈ ਤੇ ਮੈਨੂੰ ਪਹਿਲਾ ਫੋਨ ਇੱਕੋ ਹੀ ਆਉਂਦਾ ਕਿਸੇ ਦਾ, ਆ ਗਏ ਹੋ? ਮੈਂ ਕਿਹਾ ਆ ਗਿਆ। ਪਤਾ ਲੱਗ ਗਿਆ? ਮੈਂ ਕੀ? ਕਹਿੰਦਾ ਨੋਟਬੰਦੀ ਹੋ ਗਈ ਹੈ, ਪੈਸੇ ਪੂਸੇ ਸਾਂਭ ਲਏ ਨੇ। ਤੁਸੀਂ ਯਕੀਨ ਕਰਨਾ, ਮੇਰੇ ਪੋਕਟ ਤੋਂ ਲੈ ਕੇ ਮੇਰੇ ਘਰ ਤੱਕ ਸਿਰਫ 500 ਦੇ 2 ਨੋਟ ਸੀ। ਮੈਂ ਕਿਹਾ ਹੈ ਹੀ ਨਹੀਂ, ਹੈ ਹੀ ਨਹੀਂ ਸੀ। ਪਰ ਇੱਥੇ ਕਈ ਬੀਬੀਆਂ ਤੇ ਬੜੀਆਂ ਫਸੀਆਂ ਵਿਚਾਰੀਆਂ, ਜਿਨ੍ਹਾਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਪੇਕਿਆਂ ਤੋਂ ਇੱਧਰੋਂ ਉੱਧਰੋਂ ਮਿਲੇ ਬੱਚਿਆਂ ਦੇ ਪਿਆਰ ਵੀ ਸੰਭਾਲੇ ਸੀ ਨਾ, ਉਹ ਸਾਰੇ ਮਿੱਟੀ ਹੋ ਗਏ ਰਾਤ ਨੂੰ। ਉਹ 7 ਨਵੰਬਰ ਦੀ ਰਾਤ ਜਿਹੜੀ ਸੀ ਉਹ ਕਹਿਰ ਬਣ ਗਈ। ਤੋ ਇਸ ਕਥਾ ਨੂੰ ਜਦੋਂ ਅਸੀਂ ਸੁਣਦੇ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਪੁੱਛਦੇ ਨੇ, ਦਰਬਾਨਾਂ ਨੂੰ ਕਹਿਣ ਲੱਗੇ ਵੀ ਇਹ ਦੱਸੋ ਵੀ ਇਹ ਰਾਜੇ ਨੇ ਪੈਸੇ ਇਕੱਠੇ ਕਿਵੇਂ ਕਰ ਲਏ ਸਾਰੇ? ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ, ਕੈਸੇ ਦਰਬ ਕੀਨ ਇੱਕ ਠਾਈ। ਅਗਲੀ ਗੱਲ ਸੁਣਨਾ ਹੁਣ।
कि राखत है नर अदक दुराई। पैसा तो हमेशा ही बंदे लुका के रखते हैं, ये किवें हो गया भी सारे पैसे राजे के हथ चढ़ गए। आम जिहड़े सियाणे बंदे ने, मैं आप जी नूं बेनती करा, वो ट्रैवल जदों करते हैं ना, सारे पैसे बटूए च नहीं रखते, वो थोड़े जे पैसे सज्जे बन्ने खब्बे बन्ने भी रख लेंदे भी जे किसी ने परसी कढ़ लिया मुड़ के की होना है। मेरे नाल तो होया, पहाड़गंज सब्जी लैन गया तो सब्जी सुब्जी जदों तलवा ली, झोले भर लै, तो उन्हें मेरे को पैसे मंगे, मैं वेख्या तो परसी है नहीं, है ही नहीं सी, कढ़ लिया किसी ने। जदों इस तरह पर्स चोरी होंदा है ना, बंदा टैलीफोन करन जोगा भी नहीं रहिंदा, उहदे लई भी 1 रुपया चाहिदा हुंदा है। उदों पीसीओ ते जे घर भी कॉल करनी होवे ते 1 रुपया चाहिदा हुंदा सी। सतगुरु कहंदे भी दुनिया हमेशा पैसे लुका के रखदी है। ये तो किवें हो सकता भी कारू बादशाह ने कोई पैसा लोगों को छड्डिया ही नहीं। जिहड़ा पैसा लुका के रखिया कारू बादशाह के हथ किवें आया, ये भी कथा सुनने वाली है। आप ना सिर्फ इन्नी गल सुनते भी हम के राजे ने जी बड़ा धन इकट्ठा कर लिया, नहीं, कारू बादशाह की उदाहरण दुनिया में किते नहीं है। सतगुरु ने पूछा भी वो पैसा जिहड़ा लोग छुपा के रखते हैं, कारू बादशाह के हथ किवें आया, बई ये भी कहानी सुनाओ। हाँ जी। होए अकेले गाढ़ धर्मै, निस दिन बस्यो रहत सो उर मैं। अमूमन लोग पैसे नूं कंधां विच जां धरती विच गड़ दिंदे ने। लोकां ने बंकर बनाए हुंदे ने पैसे छुपाउण वास्ते। शायद तुहानूं याद होवे, इंडिया दे कम्यूनिकेशन मिनिस्टर हुंदा सी, टैलीफोन डिपार्टमेंट का, हिमाचल तो सीगा। तो जदों उहदे घर रेड हुई सी ना, तो एक बड़ी इंटरस्टिड न्यूज़ आई सी भी वो जिहड़े पैसे गए ना बंदे गिण, कहते एक बंदा बेहोश हो गया सी। जदों ने तहखाने च इन्ने नोट वेखे तो उदा ही बेहोश हो गया बेचारा। भी उन्हें अपनी जिंदगी च कदे इन्ने पैसे नहीं सी वेखे। कई दिन उदों काउंटिंग होंदी रही उस मिनिस्टर के घर में, ਉਹਦੇ घर च पैसे इन्ने निकल आए सी। सतगुरु जी का दूजा सवाल सीगा कि होए अकेले गाढ़ धर्म है, ये गुरबाणी च भी हैगा कि बंदे ने माया नूं जमीन विच भी गढ़ के बचा के रखे है। एक है श्रम कर गाड़ी गढ़ है, एक है सुपने दाम न छड़ है। कई वो भी ने जिहड़े सुपने च भी नोट गिणदे रहिंदे ने, एक वो भी ने जिहड़े धरती च दबा के रखते हैं। होए अकेले गाडे धर्म है, निस दिन बसबो रहत सो उर्म है। वो पैसा उन्हां बंदियां दे हिरदे विच हुंदा है। जो बंदा मर जाए ना, जिन्हें पैसे नप्पे हुंदे ने मिट्टी च, घरदियां नूं नहीं मिलदे, वो तो फिर घरों कदों खुदाई होएगी, पुटा पटाई होएगी तो खजाना मिलेगा। हाँ जी। कौन रीत कर इन्ह सकेली, आवत जाती होत दुहेली। इस कारू बादशाह ने ये माया किवें इकट्ठी की थी। फिर एक माया का सुभाव है, ये जदों आउंदी है तां भी दुख दिंदी है, जदों जांदी उदों भी दुख दिंदी। तुसीं की सोचते हो कि पैसे कमाने सौखे ने? जिन्हां दी 2 नंबर की कमाई है वो साढ़े 1 नंबर वालियां नालों ज़्यादा औखी है। कई बार आपां नूं लगदा है कि बंदे कोल ते जी 2 नंबर के पैसे ने, 2 नंबर के पैसे उन्हें सिर तली ते रख के कमाए हुंदे ने। हुण वेखो ना, मैं नौकरी करदा, मैनूं तो महीने बाद चैक मिल जाएगा, तो चोर नूं तो रोज़ कंध टप्पणी पैनी है, और रोज़ नवें घर कंध टप्पेगा। इक्को घर च चोर 2 बारी कंध टप्पेगा तो फस जाएगा। हुण ये भी नहीं पता भी अगलियां दे घर दे अगले बन्ने कंध दे कुत्ता बैठा है, कौन बैठा है। कि तुम सोचते भी चोरी करना, पैसा कमाना सौखा है? ठीक है, जिहड़े बंदे 10 नौवां की किरत नहीं करते उन्हां कोल पैसे ज़्यादा हुंदे ने, पर उन्हां दी कमाई साडे लोकां नालों अत औखी है।
ਇਹ ਸ਼ਬਦ ਸੁਣਨ ਵਾਲੇ ਨੇ। ਸਤਿਗੁਰੂ ਉਹਨਾਂ ਦਰਬਾਨਾਂ ਨੂੰ ਕਹਿੰਦੇ ਨੇ, ਕਹਿੰਦੇ ਰਾਜੇ ਨੇ ਮਾਇਆ ਇਕੱਠੀ ਕਿਵੇਂ ਕਰ ਲਈ? ਕਿਉਂਕਿ ਆਉਂਦੀ ਵੀ ਦੁੱਖ ਦਿੰਦੀ ਹੈ, ਜਾਂਦੀ ਵੀ ਦੁੱਖ ਦਿੰਦੀ ਹੈ। ਹੁਣ ਇੱਕ ਅਮੀਰ ਆਦਮੀ ਦੇ ਘਰ ਪੈਸਾ ਹੈ, ਹੁਣ ਉਹਦੇ ਘਰ ਬੰਦੇ ਚੋਰੀ ਕਰਨ ਆ ਗਏ। ਇੱਥੇ ਮਾਨਸਰੋਵਰ ਗਾਰਡਨ ਨੇ ਭਾਣਾ ਵਰਤ ਚੁੱਕਾ ਹੈ। ਘਰ ਦਾ ਮਾਲਕ ਪੈਸੇ ਲੈ ਕੇ ਆਉਂਦਾ ਹੈ, ਲਿਆ ਕੇ ਉਹਨੇ ਗਿਣਨੇ ਸ਼ੁਰੂ ਕਰ ਦਿੱਤੇ। ਤੇ ਘਰ ਦੀ ਜਿਹੜੀ ਪ੍ਰੈਸ ਵਾਲੀ ਸੀ, ਉਹਦਾ ਮੁੰਡਾ ਕੱਪੜੇ ਦੇਣ ਆ ਗਿਆ। ਉਹਨੇ ਵੇਖਿਆ ਵੀ ਮਾਲਕ ਤੇ ਪੈਸੇ ਬੜੇ ਗਿਣੀ ਜਾਂਦਾ ਹੈ। ਉਹਨੇ ਅਗਲੇ ਦਿਨ ਆਪਣੇ ਨਾਲ 2 ਮੁੰਡੇ ਹੋਰ ਲਾਏ, 2 ਜਾਂ 3, ਤੇ ਉਹਨੇ ਘਰ ਧਾਵਾ ਬੋਲ ਦਿੱਤਾ। ਹੁਣ ਉਹ ਰੋਜ਼ ਆਉਂਦਾ ਸੀ ਪ੍ਰੈਸ ਵਾਲੇ ਕੱਪੜੇ ਦੇਣ, ਉਹਨੂੰ ਘਰ ਦੀ ਸਾਰੀ ਲੋਕੇਸ਼ਨ ਪਤਾ ਸੀ। ਜਦੋਂ ਪੈਸੇ ਲੈ ਕੇ ਤੁਰਨ ਲੱਗਾ ਤੇ ਘਰ ਦੀ ਮਾਲਕਣ ਕਹਿੰਦੀ ਵੀ ਤੂੰ ਤੇ ਧੋਬੀ ਦਾ ਮੁੰਡਾ ਹੈ। ਕਹਿੰਦਾ ਮਾਰੋ ਇਹਨੂੰ, ਇਹਨੇ ਮੈਨੂੰ ਪਛਾਣ ਲਿਆ। ਉਸ ਭੈਣ ਦੇ ਸਿੱਖ ਪਰਿਵਾਰ ਸੀਗਾ, ਉਸ ਭੈਣ ਦੇ ਦੋਵੇਂ ਹੱਥ ਵੱਢ ਦਿੱਤੇ ਗਏ। ਮੈਂ ਖੁਦ ਗਿਆ ਸੀ ਪੰਜਾਬੀ ਬਾਗ ਜਦੋਂ ਸੰਸਕਾਰ ਹੋਇਆ। ਹੁਣ ਵੇਖੋ ਪੈਸਾ ਜਾਂਦਾ ਵੀ ਕਿੰਨਾ ਦੁੱਖ ਦਿੰਦਾ ਹੈ। ਕਮਾਇਆ, ਮੈਂ ਨਹੀਂ ਕਹਿੰਦਾ ਕੁਛ ਵੀਰ ਦੀ 2 ਨੰਬਰ ਦੀ ਕਮਾਈ ਹੋਏਗੀ, ਪਰ ਆਖਰ ਜੇ ਉਹ ਪੈਸਾ ਘਰ ਲੈ ਕੇ ਆਇਆ ਹੈ ਤੇ ਸਾਰੀ ਜ਼ਿੰਦਗੀ ਦੀ ਮਿਹਨਤ ਉਹਦੀ, ਪਰ ਜਾਣ ਲੱਗਾ ਫਿਰ ਦੁੱਖ ਦੇ ਗਿਆ। ਤੇ ਪੁਲਿਸ ਫੜ ਕੇ ਉਹ ਮੁੰਡਾ ਲੈ ਆਈ ਸੀ ਉੱਥੇ, ਉਹਦੇ ਕੋਲ ਸ਼ਨਾਖਤ ਕਰਾਈ ਵੀ ਇਹੋ ਹੀ ਹੈ ਜਿਹਦੇ ਤੂੰ ਹੱਥ ਵੱਢੇ ਸੀ। ਸੰਸਕਾਰ ਵੀ ਇਸੇ ਕਰਕੇ ਲੇਟ ਹੋਇਆ ਸੀ। ਪੈਸੇ ਦਾ ਇੱਕ ਸੁਭਾਅ ਹੈ, ਚੇਤਾ ਜ਼ਰੂਰ ਰੱਖਣਾ। ਕਮਾਓਗੇ ਤੇ ਕਮਾਉਣ ਲੱਗਿਆਂ ਪਹਿਲਾਂ ਦੁੱਖ ਹੋਏਗਾ, ਜਦੋਂ ਇਹ ਜਾਏਗਾ ਤੇ ਦੁਖੀ ਕਰਕੇ ਹੀ ਜਾਏਗਾ। ਇਹਨੇ ਆਰਾਮ ਨਾਲ ਨਹੀਂ ਜੇ ਜਾਣਾ ਤੁਹਾਡੇ ਘਰੋਂ। ਮਤ ਸੋਚਣਾ ਵੀ ਰਾਤ ਨੂੰ ਸੁੱਤਾ ਸੁੱਤਿਆਂ ਚਲਾ ਜਾਏਗਾ, ਨਾ। ਹੋ ਸਕਦਾ ਤੁਹਾਨੂੰ ਸੁੱਤਿਆਂ ਨੂੰ ਪੱਕਾ ਹੀ ਸੁਆ ਜਾਏ। ਕੋਈ ਨੌਕਰੀ ਜ਼ਹਿਰ ਪਾ ਕੇ ਦੇ ਦੇਵੇ, ਕੋਈ ਨੌਕਰੀ ਸਿਰਹਾਣਾ ਰੱਖ ਕੇ ਗਲ ਘੁੱਟ ਦੇਵੇ। ਉਹ ਕਰੇਗਾ ਆਪਣੇ ਡਰ ਵਿੱਚ ਵੀ ਜੇ ਇਹ ਉੱਠ ਪਿਆ ਤੇ ਪਤਾ ਨਹੀਂ ਮੇਰੇ ਨਾਲ ਕੀ ਹੋਏਗਾ। ਸਤਿਗੁਰਾਂ ਨੇ ਪੁੱਛਿਆ ਕਿ ਆਵਤ ਜਾਤੀ ਹੋਤ ਦੁਹੇਲੀ, ਇਹ ਮਾਇਆ ਆਉਂਦੀ ਜਾਂਦੀ ਦੁੱਖ ਬੜਾ ਦਿੰਦੀ ਹੈ। ਤੇ ਕਾਰੂ ਬਾਦਸ਼ਾਹ ਨੇ ਕਿਵੇਂ ਇਕੱਠੀ ਕਰ ਲਈ ਬਾਈ? ਹਾਂਜੀ। ਤਬ ਦਰਬਾਨਨ ਬਹਿਣ ਬਖਾਨਾ, ਸੁਣੋ ਬਾਤ ਦਰਵੇਸ਼ ਮਹਾਨਾ। ਕਹਿਣ ਲੱਗੇ ਦਰਬਾਨ, ਕਹਿਣ ਲੱਗੇ ਦਰਵੇਸ਼ ਜੀ ਫਿਰ ਸੁਣੋ, ਤੁਹਾਨੂੰ ਵੀ ਕਹਾਣੀ ਸੁਣਾ ਦਿੰਦੇ ਆ ਕਿ ਸਾਰੇ ਪੈਸੇ ਇਸ ਰਾਜੇ ਦੇ ਹੱਥ ਕਿਵੇਂ ਆ ਗਏ। ਨਹੀਂ ਤੇ ਸਾਰੇ ਪੈਸੇ ਇਕੱਠੇ ਕਰਨੇ ਸੌਖੇ ਨਹੀਂ। ਨੋਟਬੰਦੀ ਕੀਤੀ ਇਸੇ ਲਈ ਸੀ ਕਿ ਪੁਰਾਣੇ ਨੋਟ ਖਤਮ ਹੋ ਜਾਣਗੇ, ਅਜੇ ਤੱਕ ਨਹੀਂ ਖਤਮ ਹੋਏ, ਹੁਣ ਵੀ ਫਸ ਜਾਂਦੇ ਨੇ ਲੋਕ। ਉਹਦਾ ਕਾਰਨ ਹੈ, ਮੈਨੂੰ ਹੁਣ ਤੇ ਪਤਾ ਨਹੀਂ, ਪਹਿਲਾਂ ਤਾਂ ਸੁਣਿਆ ਸੀ ਵੀ ਨੇਪਾਲ 'ਚ ਅਜੇ ਵੀ ਬਦਲੀ ਜਾਂਦੇ ਨੇ। ਉਹ ਫਿਰ ਸਾਰੇ ਲੋਕ ਉਧਰ ਨੂੰ ਤੁਰੇ ਜਾਂਦੇ ਨੇ। ਇਹ ਜਿਹੜੀ ਮਾਇਆ ਦੀ ਖੇਡ ਹੈ ਨਾ, ਇਹ ਅਤ ਦੁਖਦਾਈ ਹੈ। ਇਹ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਹੁਣ ਉਹ ਦਰਵੇਸ਼ ਨੂੰ ਕਹਿੰਦੇ ਨੇ ਦਰਬਾਨ। ਦਰਵੇਸ਼ ਕੌਣ ਹੈ? ਗੁਰੂ ਨਾਨਕ ਸਾਹਿਬ। ਦਰਬਾਨ ਕਹਿਣ ਲੱਗੇ ਦਰਵੇਸ਼ ਜੀ ਉਹ ਵੀ ਗੱਲ ਸੁਣੋ ਸਾਡੀ। ਹਾਂਜੀ। ਏਕ ਸਮਹਿ ਕਾਰੂ ਜੋ ਰਾਈ, ਨਿਜ ਵਜੀਰ ਸਭ ਲੀਨ ਬੁਲਾਈ। ਹੁਣ ਅਗਲੇ 4-4.5 ਮਿੰਟ ਸੁਣਨਾ, ਮੈਂ ਇਹਨੂੰ ਕੰਟੀਨਿਊ ਬੋਲਾਂਗਾ। ਇੱਕ ਦਿਨ ਕਾਰੂ ਬਾਦਸ਼ਾਹ ਨੇ ਸਾਰੇ ਵਜ਼ੀਰ ਇਕੱਠੇ ਕੀਤੇ। ਹਾਂਜੀ। ਬੂਝਣ ਕੀਨੇ ਬਚਨ ਕਠੋਰਾ, ਹੈ ਕਹਿ ਨਹੀਂ ਧਨ ਔਰੇ ਠੌਰਾ। ਆਪਣੇ ਵਜ਼ੀਰਾਂ ਨੂੰ ਪੁੱਛਦਾ ਵੀ ਕਿਤੇ ਪੈਸੇ ਬਚੇ ਤੇ ਨਹੀਂ, ਕਿਸੇ ਕੋਲ ਪੈਸੇ ਹੈ ਤਾਂ ਨਹੀਂ। ਹਾਂਜੀ। ਮੂਰ ਬੁਲਾਇਤ ਮੈਂ ਕਿਤ ਬਾਚੋ, ਦੇਹੋ ਬਤਾਏ ਬੈਣ ਕਹਿ ਸਾਚੋ। ਵਜ਼ੀਰਾਂ ਨੂੰ ਕਹਿੰਦਾ ਵੀ ਅੱਜ ਸੱਚੀ ਗੱਲ ਕਰਿਓ ਜੇ ਮੇਰੇ ਨਾਲ, ਜੇ ਝੂਠ ਬੋਲਿਆ ਤੇ ਸਜ਼ਾ ਬੜੀ ਦਵਾਂਗਾ। ਮੈਨੂੰ ਦੱਸੋ ਵੀ ਕਿਸੇ ਕੋਲ ਪੈਸੇ ਬਚੇ ਨੇ, ਹੈਗੇ ਨੇ? ਸੁਣ ਵਜੀਰ ਡਰ ਅਰਜ ਕੀਐ, ਕਹੂੰ ਰਜਤ ਪਣ ਨਾਹੇ। ਵਜ਼ੀਰ ਡਰੇ ਵੀ ਬਹੁਤ, ਪਰ ਉਹਨਾਂ ਨੇ ਇੱਕ ਮਤ ਕਿਹਾ। ਕਹਿਣ ਲੱਗੇ ਜੀ 1 ਰੁਪਈਆ ਵੀ ਇਸ ਰੋਮ ਵਲੈਤ ਦੇਸ਼ ਵਿੱਚ ਕਿਸੇ ਕੋਲ ਨਹੀਂ ਹੈਗਾ।
ਹਾਂਜੀ। ਸਰਦ ਬੇਗ ਜਲ ਹੀ ਨ ਜਿਉ ਤਿਉ ਲਖ ਦੇਸ਼ਣ ਮਾਹੇ। ਜਿਵੇਂ ਸਰਦੀ ਵਿੱਚ ਬੱਦਲ ਖਾਲੀ ਹੋ ਜਾਂਦੇ ਨੇ ਨਾ, ਬੱਦਲਾਂ 'ਚ ਪਾਣੀ ਨਹੀਂ ਹੁੰਦਾ ਸਿਆਲ ਵਿੱਚ, ਕਹਿਣ ਲੱਗੇ ਐਵੇਂ ਰੂਮ ਵਲਾਇਤ ਦੇਸ਼ ਜਿਹੜਾ ਹੈ ਇਹਦੇ ਵਿੱਚ ਕਿਸੇ ਕੋਲੇ ਕੋਈ ਰੁਪਈਆ ਨਹੀਂ, ਕੋਈ ਪੈਸਾ ਨਹੀਂ। ਹਾਂਜੀ। ਏਕ ਰਜਤ ਪਨ ਸਗਰੇ ਦੇਸਾ ਖੋਜੇ ਉਪਾਏ ਨ ਕਹੂੰ ਨਰੇਸਾ। ਮੰਤਰੀ ਕਹਿਣ ਲੱਗੇ ਜੀ ਅਸੀਂ ਬੜੀ ਕੋਸ਼ਿਸ਼ ਕੀਤੀ ਪਰ 1 ਰੁਪਈਆ ਤੱਕ ਵੀ ਸਾਡੇ ਕੋਲੋਂ ਮੁੜ ਕੇ ਨਹੀਂ ਲੱਭਿਆ, ਨਹੀਂ ਇਕੱਠਾ ਹੋਇਆ। ਹਾਂਜੀ। ਸੁਨ ਕਾਰੂ ਨਿਜ ਸੁਤਾ ਬੁਲਾਈ ਕਹਿਓ ਇਸੇ ਕੋ ਵੇਚੋ ਜਾਈ। ਫਿਰ ਕਾਰੂ ਬਾਦਸ਼ਾਹ ਨੇ ਵੇਖੋ ਕਿੱਡਾ ਪਾਪ ਕੀਤਾ, ਉਹਨੇ ਆਪਣੀ ਧੀ ਬੁਲਾਈ, ਕਹਿਣ ਲੱਗਾ ਜਾਓ ਮੇਰੀ ਕੁੜੀ ਵੇਚ ਕੇ ਆਓ, ਮੇਰੀ ਧੀ ਵੇਚ ਕੇ ਆਓ। ਹਾਂਜੀ। ਏਕ ਰਜਤ ਪਨ ਜੋ ਨਰ ਦੇਵੈ ਸੋ ਪਾਤਸ਼ਾਹ ਸੁਤਾ ਕੋ ਲੇਵੈ। ਔਰ ਮੇਰੀ ਧੀ ਦੀ ਕੀਮਤ ਸਿਰਫ 1 ਰੁਪਈਆ, ਕੋਈ 1 ਰੁਪਈਆ ਦਵੇ ਤੇ ਰਾਜੇ ਦੀ ਧੀ ਨੂੰ ਲੈ ਜਾਏ, ਇਹ ਸਾਰੀ ਉਮਰ ਉਹਨਾਂ ਦੇ ਘਰ ਵਿੱਚ ਗੁਲਾਮ ਬਣ ਕੇ ਰਹੇਗੀ। ਹਾਂਜੀ। ਅਸ ਕਹਿ ਠਾਂਡੀ ਕੀਨ ਬਜਾਰੂ ਚੰਦ ਬਦਨ ਜੈ ਲੋਚਨ ਚਾਰੂ। ਕਵੀ ਜੀ ਕਹਿੰਦੇ ਚੰਦ ਬਦਨ, ਚੰਦਰਮਾ ਵਰਗੀ ਸੁੰਦਰ ਲੜਕੀ ਬਾਜ਼ਾਰ ਵਿੱਚ ਖੜੀ ਕਰ ਦਿੱਤੀ ਵੇਚਣ ਵਾਸਤੇ। ਹਾਂਜੀ। 14 ਸਾਲ ਬਾਲ ਇੱਕ ਆਇਓ ਪਿਖ ਸਰੂਪ ਮਨ ਰਹਿਓ ਲੁਪਾਇਓ। 14 ਕੁ ਸਾਲ ਦਾ ਇੱਕ ਲੜਕਾ ਉਸ ਰੂਮ ਵਲਾਇਤ ਦੇਸ਼ ਦਾ ਆਇਆ ਤੇ ਬੱਚੀ ਨੂੰ ਵੇਖ ਕੇ ਉਹਦਾ ਮਨ ਲੁਭਾਏਮਾਨ ਹੋ ਗਿਆ, ਕਹਿਣ ਲੱਗਾ 1 ਰੁਪਈਏ ਦਾ ਕੀ ਹੁੰਦਾ, ਇਹ ਲੜਕੀ ਤੇ ਮੈਂ ਲੈ ਕੇ ਜਾਵਾਂਗਾ ਆਪਣੇ ਘਰ। ਹਾਂਜੀ। ਮਾਤ ਸਮੀਪ ਗਇਓ ਤਬ ਤਾਇਓ ਹਵੈ ਆਤੁਰ ਅਸ ਬਚਨ ਅਲਾਇਓ। ਆਪਣੇ ਘਰ ਗਿਆ ਤੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਨੂੰ 1 ਰੁਪਈਆ ਚਾਹੀਦਾ, ਮੈਂ ਮਰ ਜੂੰਗਾ, ਮੈਨੂੰ 1 ਰੁਪਈਆ ਦੇ, ਜਿੱਥੋਂ ਮਰਜ਼ੀ ਲਿਆ ਕੇ ਦੇ। ਹਾਂਜੀ। ਜਨਨੀ ਏਕ ਰਜਤ ਪਨ ਦੀਜੈ ਪਾਤਸ਼ਾਹ ਕੀ ਤਨਿਆ ਲੀਜੈ। ਮੈਂ 1 ਰੁਪਈਆ ਲੈ ਕੇ ਜਾਣਾ ਹੈ ਤੇ ਰਾਜੇ ਦੀ ਲੜਕੀ ਘਰ ਲੈ ਕੇ ਆਉਣੀ ਹੈ, ਉਹਨੇ ਬਾਜ਼ਾਰ ਵਿੱਚ ਵੇਚਣ ਤੇ ਲਾਈ ਹੋਈ ਹੈ। ਹਾਂਜੀ। ਸੁੰਦਰ ਰੂਪ ਅਹੇ ਜਿਸ ਕੇਰਾ ਇਹ ਸੌਦੇ ਮੈਂ ਲਾਭ ਕਨੇਰਾ। ਕਹਿਣ ਲੱਗਾ ਮਾਂ ਇੰਨੀ ਸਸਤੀ ਇੰਨੀ ਸੋਹਣੀ ਕੁੜੀ ਕਿੱਥੇ ਮਿਲਣੀ ਹੈ ਮੁੜ ਕੇ, ਜਿਹੜੀ 1 ਰੁਪਈਏ 'ਚ ਅੱਜ ਮਿਲਦੀ ਹੈ, ਐਡਾ ਸਸਤਾ ਸੌਦਾ ਮੁੜ ਕੇ ਨਹੀਂ ਹੋਣਾ। ਹਾਂਜੀ। ਸੁਨ ਸੁਤ ਏਕ ਰਜਤ ਪਨ ਨਾਹੀ ਖੋਜੋ ਸਗਰੇ ਦੇਸ਼ ਜੇ ਮਾਹੀ। ਮਾਂ ਕਹਿਣ ਲੱਗੀ ਪੁੱਤਰ ਆਪਣਾ ਘਰ ਛੱਡ, ਪੂਰੇ ਦੇਸ਼ ਵਿੱਚ ਕਿਸੇ ਕੋਲ ਰੁਪਈਆ ਨਹੀਂ ਹੈਗਾ। ਹਾਂਜੀ। ਜੇ ਕਰ ਮੋਲ ਨ ਪਾਸ ਹਮਾਰੇ ਕਿਉ ਸੌਦੈ ਕੋ ਲੈਨ ਉਚਾਰੇ। ਮਾਂ ਨੇ ਸਮਝਾਇਆ ਵੀ ਪੁੱਤਰ ਜਦੋਂ ਆਪਣੇ ਕੋਲ ਪੈਸੇ ਹੀ ਨਹੀਂ ਹੈਗੇ ਤੇ ਤੂੰ ਵਪਾਰੀ ਕਿਵੇਂ ਬਣ ਗਿਆ ਵੀ ਮੈਂ ਸੌਦਾ ਖਰੀਦਣਾ ਹੈ। ਸੌਦਾ ਖਰੀਦੀਦਾ ਹੁੰਦਾ ਜੇ ਪੱਲੇ ਪੈਸੇ ਹੋਣ ਤਾਂ। ਹਾਂਜੀ। ਤਬ ਹਠ ਗਇਓ ਸੁਬਾਲ ਵਿਸਾਲਾ ਕਹੈ ਕਿ ਲੈ ਦੀਜੋ ਤਤਕਾਲਾ। ਬੱਚੇ ਨੇ ਹੱਠ ਕੀਤਾ, ਕਹਿਣ ਲੱਗਾ ਮਾਂ ਨਹੀਂ ਤੇ ਮੈਂ ਮਰ ਜਾਵਾਂਗਾ, ਮੈਨੂੰ ਉਹ ਰੁਪਈਆ ਚਾਹੀਦਾ, ਮੈਂ ਰਾਜੇ ਦੀ ਧੀ ਲੈ ਕੇ ਆਉਣੀ ਹੈ। ਹਾਂਜੀ। ਨਾ ਤੁਰ ਨਹੀਂ ਜੀਵਨਾ ਮੇਰੋ ਗਿਰਿਓ ਧਰਨ ਪਰ ਖਾਏ ਕਮੇਰੋ। ਕਹਿਣ ਲੱਗਾ ਮੈਂ ਆਪਣਾ ਜੀਵਨ ਖਤਮ ਕਰ ਦਿਆਂਗਾ। ਇਹਨੇ ਨੂੰ ਕਹਿੰਦੇ ਉਹਨੂੰ ਗਸ਼ ਪਈ, ਉਹ ਧਰਤੀ ਤੇ ਡਿੱਗ ਪਿਆ। ਹਾਂਜੀ। ਜਨਨੀ ਰੋਏ ਚਿੰਤ ਬਹੁ ਕਰਹੀ ਗਹਿ ਕੇ ਸੁਤ ਕੋ ਹਾਥ ਉਚਰਹੀ। ਮਾਂ ਉੱਚੀ ਉੱਚੀ ਰੋਂਦੀ ਆਪਣੇ ਪੁੱਤ ਦਾ ਹੱਥ ਫੜ ਕੇ ਵੀ ਪੁੱਤਰ ਨਾ ਜਾ, ਨਾ ਮਰ, ਰਾਜੇ ਦੀ ਧੀ ਆਵੇ ਨਾ ਆਵੇ ਪਰ ਮੇਰਾ ਵਿਹੜਾ ਕਿਉਂ ਖਾਲੀ ਲੱਗਾ ਹੈ ਤੂੰ ਕਰਨ। ਹਾਂਜੀ। ਜਬ ਤਬ ਪਿਤਾ ਧਰਨ ਦਫਨਾਇਓ ਏਕ ਰਜਤ ਪਨ ਤੇ ਮੁਖ ਪਾਇਓ। ਤੇ ਮਾਂ ਕਹਿਣ ਲੱਗੀ ਪੁੱਤਰ ਘਰ ਤੇ ਨਹੀਂ ਹੈਗਾ, ਪਰ ਜਦੋਂ ਤੇਰੇ ਪਿਓ ਨੂੰ ਦਫਨਾਇਆ ਸੀ ਨਾ ਕਬਰ ਵਿੱਚ, ਉਦੋਂ ਤੇਰੇ ਪਿਓ ਦੇ ਮੂੰਹ ਦੇ ਵਿੱਚ 1 ਰੁਪਈਆ ਜ਼ਰੂਰ ਰੱਖਿਆ ਸੀ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।